ਉਹ ਜਦੋਂ ਛੁੱਟੀ ਆਉਣਾ ਸੀਗਾ ਉਦੋਂ ਵਿਆਹ ਦੀ ਫੁੱਲ ਤਿਆਰੀ ਸੀਗੀ ਜੀ, ਵੀ ਜਦੋਂ ਛੁੱਟੀ ਆ ਗਈ ਵੀ ਉਦੋਂ ਤੁਹਾਡਾ ਵਿਆਹ ਕਰ ਦਾਂਗੇ ਜੀ। ਜਿਹੜਾ ਮਕਾਨ ਬਣਾਇਆ ਸੀ, ਨਵਾਂ ਘਰ ਪਾਇਆ, ਫਿਰ ਇਹ ਗੁਰਵਿੰਦਰ ਦੀ ਸੋਚ ਮੁਤਾਬਕ ਜਾਂ ਫਿਰ ਉਹਦੀ ਰਾਏ ਜਾਂ ਫਿਰ ਕਿੱਦਾਂ? ਉਸੇ ਦੀ ਰਾਏ ਨਾਲ ਹੀ ਬਣਿਆ ਜੀ ਸਭ ਕੁਛ। ਸਾਨੂੰ ਉਹਦੀ ਗੱਲ ਸਮਝ ਨਹੀਂ ਆਈ। ਹੁਣ ਸਾਨੂੰ ਘਾਟ ਮਹਿਸੂਸ ਹੁੰਦੀ ਹੈ। ਜੇ ਅਸੀਂ ਕਹਿੰਦੇ ਵੀ ਆਪਾਂ 4 ਕੋਠੀਆਂ ਬਣਾਵਾਂਗੇ, 2 ਚਾਚਾ ਜੀ ਦੇ ਮੁੰਡੇ ਨੇ, ਉਹਨੇ ਕਦੇ ਨਹੀਂ ਕਿਹਾ ਸੀ ਵੀ ਆਪਾਂ 4 ਕੋਠੀਆਂ ਬਣਾਵਾਂਗੇ। ਕਹਿੰਦਾ ਆਪਾਂ 3 ਕੋਠੀਆਂ ਬਣਾਵਾਂਗੇ। ਹੁਣ ਦੇਖ ਲੈ ਵੀਰੇ, 4-5 ਮਹੀਨੇ ਫੋਨ ਨਹੀਂ ਆਇਆ ਤੇ ਅਸੀਂ 5 ਮਹੀਨੇ ਲੱਕੜ ਨਹੀਂ ਖਰੀਦੀ, ਅਸੀਂ ਜੋੜੀਆਂ ਲਵਾਉਣੀਆਂ ਸੀ। ਵੀ ਹੁਣ ਨਵੇਂ ਨੌਜਵਾਨਾਂ ਦੀ ਵੀਰੇ ਛੋਟੇ ਦੇ ਉੱਥੇ ਡਿਊਟੀ ਲਾਉਂਦੇ ਨੇ, ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਕੀ ਪਤਾ ਹੁੰਦਾ ਵੀ ਉੱਥੇ ਕੀ ਚੀਜ਼ ਹੈ ਕੀ ਨਾ ਹੈ। ਇਸ ਲਈ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੀ ਹਾਂ ਵੀ ਸਾਡੇ ਡੈਡੀ ਦੇ ਵਿੱਚ ਐਡੀ ਗੁੰਜਾਇਸ਼ ਨਹੀਂ ਹੈਗੀ ਵੀ ਸਾਨੂੰ ਕਿਸੇ ਵੀ ਵੱਡੇ ਸਕੂਲ ਦੇ ਵਿੱਚ ਪੜ੍ਹਾ ਕੇ ਉਹ ਆਰਮੀ ਦੇ ਵਿੱਚ ਭੇਜ ਸਕਣ ਸਾਨੂੰ, ਤਾਂ ਉਹ ਮੈਨੂੰ ਆਰਮੀ ਸਕੂਲ ਦੇ ਵਿੱਚ ਐਡਮਿਸ਼ਨ ਦੇਣ ਤਾਂ ਕਿ ਮੈਂ ਉਹਨਾਂ ਦਾ ਜਿਹੜਾ ਸੁਪਨਾ ਉਹ ਪੂਰਾ ਕਰ ਸਕਾਂ, ਉਹਨੂੰ ਸੁਪਨਾ ਨਾ ਰੱਖਾਂ। ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਕੁਲਦੀਪ ਘੋਲੀਆ। ਪਿਛਲੇ ਦਿਨੀ ਭਾਰਤ ਅਤੇ ਚੀਨ ਦੀਆਂ ਸੈਨਿਕਾਂ ਦਰਮਿਆਨ ਝੜਪਾਂ ਹੋਈਆਂ ਸਨ। ਉਹਨਾਂ ਝੜਪਾਂ 'ਚ ਸਾਡੇ ਭਾਰਤ ਦੇ 20 ਨੌਜਵਾਨ ਸ਼ਹੀਦ ਹੋ ਗਏ ਸਨ। ਉਹਨਾਂ 'ਚੋਂ ਪੰਜਾਬ ਦੇ 4 ਨੌਜਵਾਨ ਸ਼ਹੀਦ ਹੋਏ ਸਨ, ਜੋ ਕਿ ਪਟਿਆਲਾ, ਗੁਰਦਾਸਪੁਰ, ਮਾਨਸਾ ਅਤੇ ਸੰਗਰੂਰ ਨਾਲ ਸੰਬੰਧ ਸਨ। ਅੱਜ ਅਸੀਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੋਲੇਵਾਲ 'ਚ ਪਹੁੰਚੇ ਹਾਂ। ਇੱਥੋਂ ਦਾ ਨੌਜਵਾਨ ਗੁਰਵਿੰਦਰ ਸਿੰਘ ਉਹਨਾਂ 4 ਨੌਜਵਾਨਾਂ 'ਚ, ਪੰਜਾਬ ਦੇ ਜੋ 4 ਨੌਜਵਾਨ ਸਨ ਉਹਨਾਂ 'ਚੋਂ ਸ਼ਹੀਦ ਹੋਇਆ ਸੀ। ਸਾਡੇ ਭਾਰਤ ਦੇ 20 ਨੌਜਵਾਨ ਸ਼ਹੀਦ ਹੋਏ ਸਨ। ਅਸੀਂ ਤੋਲੇਵਾਲਾ ਪਿੰਡ 'ਚ ਪਹੁੰਚੇ ਹਾਂ। ਨਜ਼ਦੀਕ ਚੀਮਾ ਮੰਡੀ, ਸੁਨਾਮ ਇਸ ਨੂੰ ਜਿਹੜਾ ਤਹਿਸੀਲ ਪੈਂਦਾ, ਸੰਗਰੂਰ ਇਸ ਦਾ ਜ਼ਿਲ੍ਹਾ। ਅਸੀਂ ਉਸ ਪਰਿਵਾਰ ਕੋਲੇ ਚੱਲਾਂਗੇ, ਉਸ ਪਿੰਡ ਵਾਸੀਆਂ ਕੋਲੇ ਚੱਲਾਂਗੇ, ਗੱਲਬਾਤ ਕਰਦੇ ਹਾਂ ਕਿ ਉਹ ਜਾਬਾਜ਼ ਦੀ ਸ਼ਹੀਦੀ ਨੂੰ ਲੈ ਕੇ ਉਸ ਦਾ ਪਰਿਵਾਰ ਕੀ ਕਹਿੰਦਾ, ਪਿੰਡ ਵਾਸੀ ਕੀ ਕਹਿੰਦੇ ਆ। ਚੱਲਦੇ ਹਾਂ ਆਪਾਂ ਪਰਿਵਾਰ ਕੋਲੇ, ਉਹਨਾਂ ਦੇ ਘਰ, ਤੇ ਕਰਦੇ ਹਾਂ ਗੱਲਬਾਤ, ਤੇ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕਰਦੇ ਹਾਂ। ਤਾਂ ਦਰਸ਼ਕੋ, ਸੰਗਰੂਰ ਜ਼ਿਲ੍ਹੇ ਦੇ ਪਿੰਡ ਤੋਲਾਵਾਲ ਦੇ ਸ਼ਹੀਦ ਹੋਏ ਗੁਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਲਈ ਅਸੀਂ ਉਹਨਾਂ ਕੋਲ ਪਹੁੰਚੇ। ਉਹਨਾਂ ਦੇ ਵੱਡੇ ਭਰਾ ਤਾਂ ਗੁਰਪ੍ਰੀਤ ਸਾਡੇ ਨਾਲ ਆ। ਗੁਰਪ੍ਰੀਤ ਵੀਰੇ, ਜਦੋਂ ਗੁਰਵਿੰਦਰ ਨੇ ਸ਼ਹੀਦੀ ਪ੍ਰਾਪਤ ਕੀਤੀ, ਤੁਹਾਨੂੰ ਕਿੱਦਾਂ ਪਤਾ ਲੱਗਿਆ? ਤੁਹਾਨੂੰ ਫੋਨ ਕੀਤਾ ਜਾਂ ਕਿਸ ਤਰ੍ਹਾਂ ਪਤਾ ਲੱਗਿਆ? ਜਦੋਂ ਜੀ ਸਾਨੂੰ ਪਤਾ ਲੱਗਾ ਸੀਗਾ 17 ਤਰੀਕ ਨੂੰ 6:30 ਵਜੇ ਫੋਨ ਆਇਆ ਸੀਗਾ ਆਰਮੀ ਦੇ ਵਿੱਚ ਸੂਬੇਦਾਰ ਦਾ ਜੀ। ਉਹ ਕਹਿੰਦੇ ਵੀ ਐਂ ਕਰਕੇ ਗੁਰਵਿੰਦਰ ਜੀ ਸ਼ਹੀਦ ਹੋ ਗਏ, ਵੀ ਉਹਨਾਂ ਦੀ ਡੈੱਡ ਬੋਡੀ ਕੱਲ੍ਹ ਸਵੇਰੇ ਆ ਜੂਗੀ ਜੀ। ਸਾਨੂੰ ਇਹ ਦੱਸਿਆ ਸੀਗਾ ਜੀ। ਤੇ ਗੁਰਵਿੰਦਰ, ਜਦੋਂ ਲਾਸਟ ਟਾਈਮ ਤੁਹਾਡੇ ਨਾਲ ਕਾਲ ਤੇ ਫੋਨ ਤੇ ਗੱਲਬਾਤ ਕਦੋਂ ਹੋਈ ਸੀ? ਸਾਡੀ 17 ਤਰੀਕ ਤੋਂ ਪਹਿਲਾਂ 20 ਦਿਨ ਪਹਿਲਾਂ ਗੱਲ ਹੋਈ ਜੀ, 18-20 ਦਿਨ ਪਹਿਲਾਂ। ਵੀ ਕਹਿੰਦਾ ਮੰਮੀ ਕਹਿੰਦਾ ਹੁਣ ਵੀ ਮੇਰਾ ਫੋਨ ਰੇਂਜ ਦੇ ਵਿੱਚ ਨਹੀਂ ਆਉਣਾ ਹੈਗਾ, ਵੀ ਮੈਂ 2 ਮਹੀਨੇ ਨੀਚੇ ਜਾਊਂਗਾ, ਉੱਥੇ ਰੇਂਜ ਦੀ ਪ੍ਰੋਬਲਮ ਹੈ ਜੀ। ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਜੀ 20 ਦਿਨ ਪਹਿਲਾਂ ਜੀ। ਗੁਰਪ੍ਰੀਤ ਵੀਰੇ, ਕੀ ਗੁਰਵਿੰਦਰ ਹਾਲਾਤ ਕਿੱਦਾਂ ਦੇ ਦੱਸਦਾ ਸੀ? ਕਿਉਂਕਿ ਬਾਰਡਰ ਏਰੀਆ ਚਾਈਨਾ ਦੇ ਨਾਲ ਲੱਗਦਾ ਹੈ, ਉੱਥੇ ਜਿੱਥੇ ਸ਼ਹੀਦੀ ਪ੍ਰਾਪਤ ਕੀਤੀ ਆ, ਉੱਥੋਂ ਦੇ ਹਾਲਾਤ ਕੀ ਦੱਸਦਾ ਸੀ? ਦੇਖੋ ਜੀ, ਹਾਲਾਤ ਤਾਂ ਉਹਨੇ ਕੋਈ ਐਦਾਂ ਮਾੜਾ ਚੰਗੇ ਨਹੀਂ ਕਦੇ ਦੱਸੇ ਹੈਗੇ ਸੀਗੇ, ਪਰ ਸਾਨੂੰ ਇਸ ਗੱਲ ਦਾ ਵੀ ਪਤਾ ਹੀ ਨਹੀਂ ਸੀਗਾ ਵੀ ਇੱਦਾਂ ਕਰਕੇ ਉੱਥੇ ਲੜਾਈ ਚੱਲ ਜੂਗੀ। ਇਹ ਗੱਲ ਦਾ ਵੀ ਸਾਨੂੰ ਬਿਲਕੁਲ ਹੀ ਪਤਾ ਹੀ ਨਹੀਂ ਹੈਗਾ ਸੀਗਾ। ਇਹ ਤਾਂ ਜੀ ਵੀ ਜਿੱਦਾਂ ਉਹਨਾਂ ਨੇ ਦੱਸਿਆ ਵੀ ਐਂ ਕਰਕੇ ਸ਼ਹੀਦ ਹੋ ਗਏ, ਸਾਨੂੰ ਉੱਦਾਂ ਹੀ ਪਤਾ ਲੱਗਿਆ ਵੀ 3 ਦਿਨ ਪਹਿਲਾਂ ਲੜਾਈ ਲੱਗ ਚੁੱਕੀ ਸੀ ਉੱਥੇ। ਹਾਂਜੀ। ਇਸ ਤੋਂ ਪਹਿਲਾਂ ਵੀ ਕੋਈ ਗੱਲਬਾਤ ਨਹੀਂ ਹੋਈ ਵੀ ਉੱਥੇ ਹਿੰਸਕ ਝੜਪਾਂ ਹੁੰਦੀਆਂ ਜਾਂ ਸਥਿਤੀ ਤਣਾਅਪੂਰਨ ਬਣੀ ਹੈ, ਇੱਦਾਂ ਦਾ ਮਾਹੌਲ ਆ? ਕੋਈ ਗੱਲਬਾਤ ਨਹੀਂ ਹੋਈ? ਨਹੀਂ ਜੀ, ਇੱਦਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ ਸੀ। ਬਸ ਇੱਕ ਇੰਨਾ ਜ਼ਰੂਰ ਦੱਸਦੇ ਹੁੰਦੇ ਸੀ ਵੀ ਇੱਥੇ ਬਰਫ਼ ਬਹੁਤ ਜ਼ਿਆਦਾ ਹੈ, ਕਈ ਵਾਰੀ ਰੱਸਾ ਵਗੈਰਾ ਟੁੱਟ ਜੇ ਵੀ ਬਰਫ਼ ਦੇ ਨੀਚੇ ਬੰਦੇ ਦਬ ਦੁਬ ਜਾਂਦੇ ਹੈਗੇ। ਇੱਦਾਂ ਦੀ ਗੱਲ ਜ਼ਰੂਰ ਸੁਣ ਲੈਂਦੇ ਸੀਗੇ, ਪਰ ਆਹ ਗੱਲ ਕਦੇ ਵਾਸਤੇ ਵੀ ਨਹੀਂ ਸੁਣੀ ਸੀਗੀ ਵੀ ਇੱਦਾਂ ਦੀ ਗੱਲ ਹੋ। ਭਰਤੀ ਕਦੋਂ ਹੋਇਆ ਸੀ ਫੌਜ ਦੇ ਵਿੱਚ? 2018 ਦੇ ਵਿੱਚ ਭਰਤੀ ਹੋਏ ਸੀਗੇ ਜੀ। ਗੁਰਵਿੰਦਰ 2018 'ਚ ਭਰਤੀ ਹੋਇਆ ਸੀ। ਕਿਹੜੀ ਜਗ੍ਹਾ ਤੋਂ? ਪਟਿਆਲੇ ਭਰਤੀ ਹੋਏ ਸੀਗੇ ਜੀ। ਤੇ ਜੁਆਇਨਿੰਗ ਇਹਨਾਂ ਦੀ ਹੈਗੀ ਸੀ 2018 ਦੇ ਵਿੱਚ 24 ਮਾਰਚ ਨੂੰ ਰਾਮਗੜ੍ਹ ਰਾਂਚੀ ਜੀ। ਰਾਮਗੜ੍ਹ ਰਾਂਚੀ ਰਹੇ ਆ। ਇਸ ਤੋਂ ਬਾਅਦ ਜਿੱਥੇ ਹੁਣ ਸ਼ਹੀਦੀ ਪ੍ਰਾਪਤ ਕਰਦਾ ਚਾਈਨਾ ਦੇ ਬਾਰਡਰ 'ਤੇ, ਇੱਥੇ ਕਿੰਨਾ ਟਾਈਮ ਰਹੇ ਆ? ਕਦੋਂ ਉਹ ਇੱਥੇ ਜਿਹੜਾ ਟਰਾਂਸਫਰ ਹੋ ਕੇ ਆਏ? ਉੱਥੇ ਜੀ 10 ਮਹੀਨੇ ਹੋ ਗਏ ਸੀਗੇ ਜੀ ਗਏ ਨੂੰ ਜੀ। ਤੇ 10 ਮਹੀਨੇ ਹਾਂਜੀ 10 ਮਹੀਨੇ ਹੋ ਗਏ ਸੀ ਪੂਰੇ ਗਏ ਨੂੰ। 3 ਦਿਨ ਹੀ ਸਾਡੇ ਕੋਲੇ ਰਹਿ ਕੇ ਗਿਆ ਸੀਗਾ, ਵੀ ਉਸ ਤੋਂ ਬਾਅਦ ਇਹਨਾਂ ਨੇ ਚਲੇ ਗਏ ਸੀਗੇ ਜੀ। ਗੁਰਪ੍ਰੀਤ ਵੀਰੇ, ਗੁਰਵਿੰਦਰ ਦੱਸਦਾ ਹੋਊਗਾ ਵੀ ਇੰਨਾ ਕੁ ਟਾਈਮ ਹੈ ਇੱਥੇ ਬਾਰਡਰ ਏਰੀਏ 'ਤੇ ਰਹੂੰਗਾ, ਇੱਥੋਂ ਮੇਰੀ ਟਰਾਂਸਫਰ ਹੋਊਗੀ, ਕਿ ਇੱਦਾਂ ਦਾ ਦੱਸਦਾ ਸੀ ਕਿ ਇੰਨਾ ਕੁ ਟਾਈਮ ਇੱਥੇ ਮੈਂ ਰੁਕੂੰਗਾ? ਹੋਰ
ਹਾਂਜੀ, ਸਾਨੂੰ ਦੱਸਦੇ ਹੁੰਦੇ ਸੀ ਵੀ ਸਾਡੀ 18 ਮਹੀਨੇ ਦੀ ਟ੍ਰੇਨਿੰਗ ਇੱਥੇ, ਵੀ 18 ਮਹੀਨੇ ਤੋਂ ਬਾਅਦ ਅਸੀਂ ਯੂਨਿਟ ਸਾਡੀ ਵਾਪਸ ਚਲੀ ਜਾਊਗੀ ਇੱਥੋਂ ਜੀ। ਹਾਂਜੀ। ਜਦੋਂ ਤੋਂ ਉਹ ਫੌਜ ਦੇ ਵਿੱਚ ਭਰਤੀ ਹੋ ਗਿਆ, ਡਿਊਟੀ ਸੰਭਾਲ ਲਈ, ਸੇਵਾ ਕਰਨ ਲੱਗ ਗਿਆ ਸਾਡੇ ਦੇਸ਼ ਦੀ, ਉਸ ਤੋਂ ਬਾਅਦ ਕਿੰਨੇ ਵਾਰ ਛੁੱਟੀ ਆਇਆ ਜੀ ਘਰੇ? ਉਹ 2 ਸਾਲ 4 ਮਹੀਨਿਆਂ ਦੇ ਵਿੱਚ 25 ਦਿਨ ਦੀ ਛੁੱਟੀ ਆਈ ਸੀ ਜੀ ਬਸ। ਇੱਕੋ ਵਾਰ ਛੁੱਟੀ ਆਈ ਸੀ, ਇੱਕ ਵਾਰ ਛੁੱਟੀ ਆਈ ਸੀ ਜੀ। ਦੁਬਾਰਾ ਛੁੱਟੀ ਨਹੀਂ ਮਿਲੀ? ਦੁਬਾਰਾ ਛੁੱਟੀ ਨਹੀਂ ਮਿਲੀ ਜੀ। ਉਹ ਫਿਰ 3 ਦਿਨ ਹੀ ਆਇਆ ਸੀਗਾ, ਜਦੋਂ ਭੁੱਜ ਤੋਂ ਬਦਲੀ ਹੋ ਕੇ ਇਹ ਪਠਾਨਕੋਟ ਗਏ ਨੇ, ਬਸ ਉਹ ਵੀ ਰਸਤੇ 'ਚ ਉਤਰਦਾ ਆ ਗਿਆ ਸੀਗਾ। ਉਸ ਤੋਂ ਬਾਅਦ ਨਹੀਂ ਆਇਆ ਹੈਗਾ ਜੀ, 3 ਦਿਨ। ਹੁਣ ਫਿਰ ਗੁਰਵਿੰਦਰ ਨੇ ਛੁੱਟੀ ਕਦੋਂ ਆਉਣਾ ਸੀ? ਗੱਲਬਾਤ ਕਰਦਾ ਉਹ ਦੱਸਦਾ ਹੋਊ ਕਿ ਇੰਨੇ ਟਾਈਮ ਨੂੰ ਮੈਨੂੰ ਛੁੱਟੀ ਮਿਲ ਜਾਣੀ ਹੈ। ਉਹ ਛੁੱਟੀ 2 ਮਹੀਨੇ ਤੱਕ ਕਹਿੰਦਾ ਸੀ ਮੈਂ ਛੁੱਟੀ ਆ ਜਾਊਂਗਾ ਜੀ ਮੈਂ। ਜੀ ਗੁਰਪ੍ਰੀਤ, ਤੁਸੀਂ ਕਿੰਨੇ ਭੈਣ ਭਰਾ ਸੀ? ਅਸੀਂ 3 ਭੈਣ ਭਾਈ ਸੀਗੇ ਜੀ। ਮੈਂ ਸਭ ਤੋਂ ਵੱਡਾ ਸੀ, ਮੇਥੋਂ ਛੋਟੀ ਭੈਣ ਜੀ, ਉਹ ਭੈਣ ਤੋਂ ਛੋਟੇ ਸੀਗੇ ਜੀ। ਤੁਸੀਂ ਵੱਡੇ ਹੋ, ਦੋਨੇ ਵੱਡੇ। ਮੈਰਿਜ ਹੋਈ ਹੈ ਭੈਣ ਦੀ ਤੇ ਤੁਹਾਡੀ? ਹਾਂਜੀ, ਮੇਰੀ ਮੈਰਿਜ ਹੋਈ ਹੈ, ਭੈਣ ਦੀ ਵੀ ਹੋਈ ਹੈ ਜੀ। ਉਹ ਕੁਮਾਰਾ ਸੀਗਾ, ਉਹ ਅੰਗੇਜਮੈਂਟ ਹੋਈ ਸੀ ਉਹਨਾਂ ਦੀ ਜੀ। ਵੈਸੇ ਕਦੋਂ ਮੈਰਿਜ ਕਰਨੀ ਸੀ ਉਹਨਾਂ ਦੀ? ਉਹ ਜਦੋਂ ਛੁੱਟੀ ਆਉਣਾ ਸੀਗਾ ਉਦੋਂ ਵਿਆਹ ਦੀ ਫੁੱਲ ਤਿਆਰੀ ਸੀਗੀ ਜੀ, ਵੀ ਜਦੋਂ ਛੁੱਟੀ ਆ ਗਈ ਵੀ ਉਦੋਂ ਤੁਹਾਡਾ ਵਿਆਹ ਕਰ ਦਾਂਗੇ ਜੀ। ਜਿਹਨੇ ਹੁਣ ਛੁੱਟੀ ਆ ਕੇ ਤੇ ਨਾਲ ਦੀ ਨਾਲ ਵਿਆਹ ਦੀ ਤਿਆਰੀ ਕਰ ਰਹੇ ਸੀ? ਹਾਂਜੀ ਹਾਂ, ਨਾਲ ਦੀ ਨਾਲ ਵਿਆਹ ਦੀ ਤਿਆਰੀ ਸੀ ਸਾਡੀ ਜੀ। ਗੁਰਵਿੰਦਰ ਦਾ, ਗੁਰਪ੍ਰੀਤ ਵੀਰੇ, ਸੁਭਾਅ ਕਿੱਦਾਂ ਦਾ ਸੀ ਬਚਪਨ ਦੇ ਵਿੱਚ? ਕਿਸ ਤਰ੍ਹਾਂ ਦਾ ਸੁਭਾਅ ਸੀ? ਕਿਸ ਤਰ੍ਹਾਂ ਦੀ ਸੋਚ ਸੀ? ਜਦੋਂ ਫੌਜ 'ਚ ਭਰਤੀ ਹੋਇਆ ਉਹ ਕੀ ਸੋਚ ਲੈ ਕੇ ਹੋਇਆ? ਸੁਭਾਅ ਜੀ ਉਹਨਾਂ ਦਾ ਬਹੁਤ ਵਧੀਆ ਸੀਗਾ। ਜਦੋਂ ਪੜ੍ਹਦਾ ਹੁੰਦਾ ਸੀਗਾ ਸਾਰਿਆਂ ਨੂੰ ਮਿਲ ਵਰਤਨ ਰੱਖਦਾ, ਸਾਰਿਆਂ ਕੋਲੇ ਜਾਂਦਾ ਹੁੰਦਾ। ਜਦੋਂ 25 ਦਿਨ ਦੀ ਛੁੱਟੀ ਆਇਆ ਸੀਗਾ, ਸਾਰੇ ਪਿੰਡ 'ਚ ਉਰੇ ਮਿਲ ਕੇ ਗਿਆ, ਆਪਦੇ ਦੋਸਤਾਂ ਮਿੱਤਰਾਂ ਨੂੰ, ਚਾਚੇ ਤਾਏ ਨੂੰ, ਜੋ ਵੀ ਹੈਗੇ ਸੀ ਪਿੰਡ 'ਚ ਆਪਣੇ ਚਾਚੇ ਲੱਗਦੇ ਸੀਗੇ, ਸਾਰਿਆਂ ਨੂੰ ਮਿਲ ਕੇ ਆਉਂਦਾ ਹੁੰਦਾ ਸੀਗਾ। ਸੁਭਾਅ ਬਹੁਤ ਵਧੀਆ ਸੀਗਾ ਜੀ ਉਹਨਾਂ ਦੇ, ਨਰਮ ਸੁਭਾਅ ਦੇ, ਕਿਸੇ ਨੂੰ ਭੱਜ ਕੇ ਨਹੀਂ ਪੈਣਾ, ਪਿਆਰ ਨਾਲ ਗੱਲ ਕਰਨੀ, ਐਦਾਂ ਦਾ ਸੁਭਾਅ ਸੀਗਾ ਜੀ ਉਹਨਾਂ ਦਾ। ਬਚਪਨ 'ਚ ਕੀ ਗੱਲਾਂ ਕਰਦੇ ਸੀ ਆਸ ਵਿੱਚ? ਭੈਣ ਭਰਾ ਇਕੱਠੇ ਹੋ ਕੇ, ਮਾਂ-ਬਾਪ ਇਕੱਠੇ ਹੋ ਕੇ ਕਰਦੇ ਆ ਕਿ ਮੈਂ ਵੱਡਾ ਹੋ ਕੇ ਆਹ ਬਣਨਾ, ਕੀ ਕਹਿੰਦਾ ਸੀ ਬਚਪਨ 'ਚ? ਬਚਪਨ ਦੇ ਵਿੱਚ ਬਸ ਉਹਨਾਂ ਦਾ ਇਹੀ ਸ਼ੌਂਕ ਸੀਗਾ ਜੀ ਵੀ ਆਪਣੇ ਨੌਕਰੀ ਉਹੀ ਕਰਨੀ ਵੀ ਵੈਸੇ ਫੌਜ ਦੀ ਹੈ, ਕੋਈ ਹੋਰ ਨੌਕਰੀ 'ਚ ਉਹਨਾਂ ਦਾ ਕੋਈ ਦਿਲਚਸਪੀ ਨਹੀਂ ਸੀਗੀ। ਫੌਜ ਦੀ ਨੌਕਰੀ ਨੂੰ ਲੈ ਕੇ ਬਹੁਤ ਉਹ ਸੀਗਾ ਜੀ ਉਹ। ਤੇ ਜੇ ਅਸੀਂ ਉਹਨੂੰ ਵਿਆਹ ਨੂੰ ਕਹਿ ਦਿੰਦੇ, ਕਹਿੰਦਾ ਵਿਆਹ ਤਾਂ ਕਰਾਊਂਗਾ ਜੇ ਕਿਸੇ ਨੌਕਰੀ ਤੇ ਲੱਗਾ, ਨਹੀਂ ਕੁਆਰਾ ਰਹਿ ਜਾਊਂਗਾ ਜੀ ਮੈਂ। ਉਹਨਾਂ ਟਾਈਮ ਵਿਆਹ ਨਹੀਂ ਕਰਾਉਣਾ? ਉਹਨਾਂ ਟਾਈਮ ਮੈਂ ਵਿਆਹ ਨਹੀਂ ਕਰਾਉਣਾ ਹੈਗਾ ਜੀ। ਆਮ ਤੌਰ ਤੇ ਵੀਰੇ ਗੁਰਪ੍ਰੀਤ, ਸਾਡੇ ਬੱਚਿਆਂ ਦੀ ਜਿਹੜੀ ਚਾਹਤ ਹੁੰਦੀ ਹੈ, ਨੌਜਵਾਨਾਂ ਦੀ, ਕਿ ਅਸੀਂ ਵਿਦੇਸ਼ ਚਲੇ ਜਾਈਏ, ਸ਼ਾਇਦ ਸੌਖੇ ਰਵਾਂਗੇ। ਆਰਮੀ ਦੀ ਭਰਤੀ, ਡਿਊਟੀ, ਸੇਵਾ ਕਰਨੀ ਸਭ ਤੋਂ ਔਖੀ ਸਮਝਦੇ ਆ। ਕੀ ਗੁਰਵਿੰਦਰ ਨਹੀਂ ਕਹਿੰਦਾ ਸੀ ਕਿ ਮੈਂ ਵਿਦੇਸ਼ ਜਾਣਾ, ਮੈਂ ਨਹੀਂ ਭਰਤੀ ਹੋਣਾ, ਮੈਂ ਸੌਖਾ ਰਹੂੰਗਾ, ਮੇਰੇ ਤੇ ਪੈਸੇ ਲਾਓ? ਆਮ ਤੌਰ ਤੇ ਬੱਚੇ ਕਹਿੰਦੇ ਆ। ਨਹੀਂ ਜੀ, ਇਦਾਂ ਦੀ ਕੋਈ ਉਹਨੇ ਕਦੇ ਗੱਲ ਨਹੀਂ ਕਹੀ ਸੀ ਵੀ ਮੈਂ ਬਾਹਰ ਜਾਣਾਗਾ। ਨਹੀਂ ਜੀ, ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸੀ। ਉਹ ਕਹਿੰਦਾ ਵੀ ਬਸ ਆਪਣੇ ਨੌਕਰੀ ਕਰਨੀ ਹੈ ਤਾਂ ਫੌਜ ਦੀ ਹੀ ਨੌਕਰੀ ਕਰਨੀ ਹੈ ਬਸ। ਹਾਂਜੀ, ਫੌਜ ਦਾ ਜਿਹੜਾ ਨੌਕਰੀ ਦਾ ਸੁਪਨਾ ਪੂਰਾ ਹੋ ਗਿਆ ਸੀ, ਪਰ ਇਦਾਂ ਦਾ ਨਹੀਂ ਪਤਾ ਸੀ। ਅੱਜ ਜਿਹੜੀ ਸਰਕਾਰ ਨੇ ਜਾਂ ਕਿਸੇ ਨੇ ਤੁਹਾਡੀ ਬਾਂਹ ਫੜੀ ਹੈ, ਕਿਉਂਕਿ ਬਹੁਤ ਵੱਡੀ ਸ਼ਹੀਦੀ ਆ, ਬਹੁਤ ਵੱਡੀ ਕੁਰਬਾਨੀ ਆ, ਉਹਦਾ ਮੁੱਲ ਕਿਸੇ ਵੀ ਕੀਮਤ 'ਤੇ ਤਾਰਿਆ ਨਹੀਂ ਜਾ ਸਕਦਾ। ਸਾਨੂੰ ਵੀ ਦੁੱਖ ਹੈ, ਉਹਦਾ ਘਾਟਾ ਤਾਂ ਕਿਤੇ ਪੂਰਾ ਨਹੀਂ ਕੀਤਾ ਜਾ ਸਕਦਾ, ਪਰ ਸਰਕਾਰ ਨੇ ਬਾਂਹ ਫੜੀ ਹੈ ਜੀ। ਹਾਂਜੀ ਬਿਲਕੁਲ, ਸਰਕਾਰ ਸਾਡੇ ਨਾਲ ਹੈ ਜੀ। ਸਰਕਾਰ ਤਾਂ ਵੈਸੇ ਜੋ ਵੀ ਉਹਨਾਂ ਦੇ ਨਾਮ ਤੇ ਹੈਗਾ ਸੀਗਾ ਉਹ ਕਰ ਰਹੀ ਹੈ ਜੀ। ਬਾਕੀ ਅੱਜ ਤੁਸੀਂ ਦੇਖ ਹੀ ਰਹੇ ਹੋਗੇ ਇੱਧਰ ਆਪਣਾ ਭੋਗ ਦੀ ਤਿਆਰੀ ਚੱਲ ਰਹੀ ਹੈ ਉਹਨਾਂ ਦੀ। ਹਾਂਜੀ ਜੀ, ਅੰਤਮ ਅਰਦਾਸ ਦੀ ਤਿਆਰੀ ਚੱਲ ਰਹੀ ਆ। ਬੈਕ ਸਾਈਡ ਤੇ ਤੁਸੀਂ ਮੰਡੀ ਤੇ ਦੇਖ ਰਹੇ ਹੋ, ਟੈਂਟ ਵਗੈਰਾ ਲਾਏ ਜਾ ਰਹੇ ਨੇ, ਕਿਉਂਕਿ ਅੰਤਮ ਅਰਦਾਸ ਜਿਹੜੀ ਇੱਥੇ ਕੀਤੀ ਜਾਣੀ ਹੈ ਮੰਡੀ ਦੇ ਵਿੱਚ। ਤਾਂ ਵੀਰੇ, ਆਪਾਂ ਗੱਲ ਕਰਦੇ ਸੀ ਸਰਕਾਰ ਦੀ। ਸਰਕਾਰ ਨੇ ਕੋਈ ਭਰੋਸਾ ਦਵਾਇਆ ਕਿ ਇੱਦਾਂ ਤੁਹਾਨੂੰ ਕਦੇ ਵੀ ਘਾਟਾ ਨਹੀਂ ਮਹਿਸੂਸ ਹੋਣ ਦੇਵਾਂਗੇ, ਤੁਹਾਡੇ ਨਾਲ ਖੜਾਂਗੇ? ਕੀ ਕਿਹਾ ਕਿ ਸਰਕਾਰ ਨੇ, ਸਰਕਾਰੀ ਨੁਮਾਇੰਦਿਆਂ ਨੇ? ਹਾਂਜੀ, ਸਰਕਾਰ ਨੇ ਸਾਨੂੰ ਕਿਹਾ ਜੀ, ਬਾਕੀ ਦਾਮਨ ਜੀ ਦੀ ਗੱਲ ਹੋਈ ਹੈ ਜੀ, ਵੀ ਤੁਹਾਨੂੰ ਨੌਕਰੀ ਦੇਵਾਂਗੇ, ਜਿਹੜੀ ਤੁਹਾਡੀ ਮੰਗ ਹੈ ਉਹ ਤੁਹਾਡੀ ਪੂਰੀ ਕਰਾਂਗੇ। ਜਿਵੇਂ ਹੁਣ ਮੰਨ ਲਓ ਉਹਨਾਂ ਨੇ ਮੰਗਾਂ ਕਿਹਾ ਸੀਗਾ, ਅਸੀਂ ਉਹਨਾਂ ਦੇ ਨਾਮ 'ਤੇ ਸਕੂਲ ਦਾ ਨਾਮ ਬਦਲ ਕੇ ਸ਼ਹੀਦ ਗੁਰਵਿੰਦਰ ਸਿੰਘ ਦੇ ਨਾਂ 'ਤੇ ਰੱਖਿਆ ਗਿਆ ਜੀ। ਇੱਕ ਕੱਚਾ ਰਸਤਾ ਜਾਂਦਾ ਸੀ ਸਾਡੇ ਘਰ ਨੂੰ, ਅਤੇ ਉਹ ਪੱਕਾ ਹੋ ਜਾਏਗਾ ਜੀ। ਅਤੇ ਇੱਕ ਸਟੇਡੀਅਮ, ਲਾਇਬ੍ਰੇਰੀ, ਇਹ ਹੋਏਗਾ ਜੀ। ਯਾਦਗਾਰ ਕੀ ਬਣਾਉਣਾ ਚਾਹੁੰਦੇ ਹੋ ਜੋ ਹਮੇਸ਼ਾ ਪਿੰਡ ਵਾਸੀਆਂ, ਪੰਜਾਬ ਤੇ ਦੇਸ਼ ਦੇ ਲੋਕਾਂ ਨਾਲ ਜੁੜੀ ਰਹੇ? ਯਾਦ ਤਾਂ ਹਮੇਸ਼ਾ ਰਹਿਣਾ ਗੁਰਵਿੰਦਰ, ਕਿਉਂਕਿ ਬਹੁਤ ਵੱਡੀ ਸ਼ਹੀਦੀ ਤੇ ਕੁਰਬਾਨੀ ਆ, ਪਰ ਐਸੀ ਕਿਹੜੀ ਯਾਦਗਾਰ ਬਣਾਉਣੀ ਚਾਹੁੰਦੇ ਹੋ ਜਿਹੜੇ ਦੇਖ ਕੇ, ਤੱਕ ਕੇ ਅਗਲਾ ਤੁਰੰਤ ਯਾਦ ਕਰੇ, ਪਿੰਡ ਐਂਟਰ ਕਰੇ, ਉਹਨੂੰ ਨਤਮਸਤਕ ਹੋਵੇ, ਸੀਸ ਝੁਕਾਵੇ ਕਿ ਗੁਰਵਿੰਦਰ ਦਾ ਪਿੰਡ ਆ ਗਿਆ? ਹਾਂਜੀ, ਉਹ ਆਪਣਾ ਸੜਕ ਦੇ ਉੱਪਰ ਉਹ ਲੱਗਣਾ ਗੇਟ ਜੀ, ਉਹ ਬਣਾਉਣਾ ਯਾਦਗਾਰ ਦੇ ਵਿੱਚ ਉਹਦੇ ਲੱਗੇਗਾ ਜੀ। ਆਮ ਤੌਰ 'ਤੇ ਸਟੈਚੂ, ਬੁੱਤ ਲਾਏ ਜਾਂਦੇ ਆ ਜਿਹੜੇ ਸ਼ਹੀਦ ਹੁੰਦੇ ਆ ਜਵਾਨ। ਗੁਰਵਿੰਦਰ ਦਾ ਬੁੱਤ ਕਿੱਥੇ ਲਗਾਉਣ ਜਾ ਰਹੇ ਹੋ? ਉਹ ਸਾਡੇ ਖੇਤ ਆਪਣੇ ਜਗ੍ਹਾ ਮੈਨੇ ਦਿੱਤੀ ਹੈ ਵੀ ਉਹਦੇ ਵਿੱਚ ਹੀ ਲਗਾਇਆ ਜਾਵੇ, ਅਤੇ ਬਾਕੀ ਇੱਕ ਪਿੰਡ ਵਿੱਚ ਵੀ ਲੱਗੇਗਾ ਜੀ ਉਹਨਾਂ ਦਾ ਬੁੱਤ ਜੀ। 2 ਬੁੱਤ ਲੱਗਣੇ ਜੀ, ਅਲੱਗ-ਅਲੱਗ 2 ਜਗ੍ਹਾ 'ਤੇ ਲੱਗੇ। ਹਾਂਜੀ, ਇੱਕ ਮੇਰੇ ਆਪਣੇ ਖੇਤ ਦੇ ਵਿੱਚ, ਜਿੱਥੇ ਮਤਲਬ ਅਸੀਂ ਲੰਗਰ ਲਾਉਣਾ ਜੀ, ਉਹਦੇ ਨਾਲ ਹੀ ਥਾਂ ਦਿੱਤਾ ਜੀ ਮੈਨੇ ਵੀ ਉੱਥੇ ਲਾਓ ਜੀ।
ਉੱਥੇ ਇੱਕ ਆਪਣੇ ਪਿੰਡ ਚ ਲਾਣਗੇ ਜੀ, 2 ਜਗ੍ਹਾ। ਮਾਲੀ ਸਹਾਇਤਾ ਬਾਰੇ ਸਰਕਾਰ ਨੇ ਕੀ ਕਿਹਾ ਵੀ ਤੁਸੀਂ ਆਪਣੇ ਪੈਰਾਂ ਤੇ ਸਥਿਰ ਹੋ ਜਾਓ? ਉਹ ਇੱਕ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇਗੀ ਜੀ। ਹਾਂਜੀ। ਤਾਂ ਦਰਸ਼ਕੋ, ਇਹ ਸੀ ਗੁਰਵਿੰਦਰ ਸਿੰਘ ਜੋ ਸ਼ਹੀਦ ਹੋਏ ਨੇ, ਸਾਡੇ ਜਾਬਾਜ਼ ਨੌਜਵਾਨ ਸੀ। ਉਸਦੇ ਵੱਡੇ ਭਰਾਤਾ ਗੁਰਪ੍ਰੀਤ ਸਿੰਘ ਆ, ਜਿਨ੍ਹਾਂ ਨੇ ਉਸਦੇ ਬਚਪਨ ਦੀ ਗੱਲਬਾਤ ਕੀਤੀ, ਦੱਸਿਆ ਕਿ ਕਿਸ ਤਰ੍ਹਾਂ ਬਚਪਨ ਦੇ ਵਿੱਚ ਉਹ ਖੇਡਾਂ ਖੇਡਦਾ ਸੀ, ਕਿਸ ਤਰ੍ਹਾਂ ਨਿੱਘਾ ਸੁਭਾਅ ਸੀ, ਕਿਸ ਤਰ੍ਹਾਂ ਉਸ ਦਾ ਸੁਪਨਾ ਸੀ ਕਿ ਮੈਂ ਭਾਰਤੀ ਫੌਜ ਦੇ ਵਿੱਚ ਭਰਤੀ ਹੋ ਕੇ ਮੈਂ ਦੇਸ਼ ਦੀ ਸੇਵਾ ਕਰਾਂ। ਔਰ ਵਿਆਹ ਦੀ ਗੱਲ ਕੀਤੀ, ਵਿਆਹ ਵੀ ਕਹਿੰਦਾ ਮੈਂ ਉਦੋਂ ਕਰਵਾਊਂਗਾ ਜਦੋਂ ਤੱਕ ਮੈਂ ਕਿਤੇ ਆਪਣੇ ਪੈਰਾਂ ਤੇ ਸਟੈਂਡ ਨਹੀਂ ਹੁੰਦਾ। ਔਰ ਭਰਤੀ ਹੋ ਗਿਆ ਸੀ, ਮੰਗਣੀ ਹੋਈ ਸੀ, ਵਿਆਹ ਹੋਣਾ ਸੀ, ਹੁਣ ਆਉਣਾ ਸੀ, ਪਰ ਪਰਿਵਾਰ ਨੂੰ ਔਰ ਪੰਜਾਬ ਵਾਸੀਆਂ ਨੂੰ, ਸਾਡੇ ਭਾਰਤ ਵਾਸੀਆਂ ਨੂੰ ਇਹ ਨਹੀਂ ਪਤਾ ਸੀ ਕਿ ਗੁਰਵਿੰਦਰ ਤੇ ਉਹਦੇ ਸਾਥੀ ਇਸ ਤਰ੍ਹਾਂ ਸ਼ਹੀਦੀ ਪ੍ਰਾਪਤ ਕਰ ਜਾਣਗੇ। ਤਾਂ ਦਰਸ਼ਕੋ, ਭਾਰਤੀ ਫੌਜ ਦਾ ਜਵਾਨ ਸ਼ਹੀਦ ਹੋਇਆ ਗੁਰਵਿੰਦਰ ਸਿੰਘ, ਉਸਦੇ ਪਿੰਡ ਅਸੀਂ ਪਹੁੰਚੇ ਹਾਂ, ਤੋਲਾਵਾਲ ਪਿੰਡ। ਸਾਡੇ ਨਾਲ ਉਸਦੇ ਪਿਤਾ ਬਾਪੂ ਲਾਭ ਸਿੰਘ ਆ। ਬਾਪੂ ਜੀ, ਸਾਨੂੰ ਦੁੱਖ ਬਹੁਤ ਆ, ਉੱਥੇ ਉਹਦੀ ਸ਼ਹੀਦੀ ਤੇ ਮਾਣ ਵੀ ਆ। ਤੁਹਾਡੀ ਗੁਰਵਿੰਦਰ ਦੇ ਨਾਲ ਆਖਰੀ ਟਾਈਮ ਕਦੋਂ ਗੱਲ ਹੋਈ ਸੀ ਫੋਨ ਤੇ? ਹੋ ਗਏ ਜੀ 20-25 ਦਿਨ ਜੀ। ਕੀ ਗੱਲਾਂ ਬਾਤਾਂ ਕਰਦਾ, ਕੀ ਕਹਿੰਦਾ ਸੀਗਾ ਬਸ ਜੀ ਗੱਲਾਂ ਤਾਂ ਹੀ ਕਰਦਾ ਸੀ ਵੀ ਮੈਂ ਛੁੱਟੀ ਆਊਂਗਾ, ਵੀ ਮੁੜ ਕੇ ਫਿਰ ਜਾਊਂਗਾ। ਕਦੋਂ ਆਉਣਾ ਸੀ ਛੁੱਟੀ ਜੀ? ਛੁੱਟੀ ਹੁਣ ਆਉਣਾ ਸੀ 2 ਮਹੀਨੇ ਦੁੱਖ ਜੀ। ਜੀ। ਹਾਂ। ਕਿੰਨਾ ਟਾਈਮ ਹੋ ਗਿਆ ਬਾਪੂ ਭਰਤੀ ਹੋਏ ਨੂੰ ਗੁਰਵਿੰਦਰ ਨੂੰ ਫੌਜ 'ਚ? ਉਹਨੂੰ 2 ਸਾਲ 4 ਕੁ ਮਹੀਨੇ ਹੋ ਗਏ ਜੀ। ਭਰਤੀ ਹੋਣ ਤੋਂ ਬਾਅਦ ਕਿੰਨੇ ਵਾਰ ਆਇਆ ਫਿਰ ਘਰੇ ਜੀ ਇੱਕ ਛੁੱਟੀ? ਵਾਰੀ ਆਇਆ ਜੀ। ਇਸ ਤੋਂ ਬਾਅਦ ਛੁੱਟੀ ਨਹੀਂ ਮਿਲੀ? ਨਾ ਜੀ ਮਿਲੀ ਨਹੀਂ। ਇਸੇ ਉਹਦਾ ਸੁਪਨਾ ਸੀ ਮੈਂ ਫੌਜ 'ਚ ਹੀ ਜਾਣਾ। ਹਾਂ, ਸੁਪਨਾ ਫੌਜ 'ਚ ਹੀ ਜਾਣਾ ਜੀ। ਬਾਪੂ, ਫੌਜ ਦਾ ਸੁਪਨਾ ਪੂਰਾ ਹੋ ਗਿਆ, ਫੌਜ 'ਚ ਭਰਤੀ ਹੋ ਗਿਆ। ਤੁਹਾਡਾ ਵੀ ਨਾਲ ਮਨ ਸੀ ਵੀ ਸਾਡਾ ਪੁੱਤ ਫੌਜ 'ਚ ਭਰਤੀ ਹੋਵੇ? ਹਾਂ, ਮਨ ਹੈਗਾ ਸੀ। ਹਾਂ, ਮਨ ਹੈਗਾ ਸੀ। ਹੁਣ ਗੁੜੀਆ ਜਾਊ, ਕਹਿੰਦੀ ਹੈ ਜੀ ਮੈਨੂੰ ਪੜਾਓ ਸਕੂਲ 'ਚ ਫੌਜੀਆਂ ਵਾਲੇ 'ਚ, ਵੀ ਮੈਂ ਉਹਦਾ ਆਪਣੇ ਚਾਚੇ ਦਾ ਸੁਪਨਾ ਸੀ। ਪੋਤੀ ਕਹਿੰਦੀ ਹੈ, ਹਾਂ, ਪੁੱਤ ਮੇਰਾ ਸੁਪਨਾ। ਪੋਤੀ ਕਹਿੰਦੀ ਮੈਂ ਚਾਚੇ ਦੀ ਥਾਂ ਭਰਤੀ ਹੋਣਾ। ਹਾਂ, ਇਹ ਸੋਹਣੇ ਜੀ। ਬਾਪੂ, ਔਖਾ ਬਹੁਤ ਆ, ਬੜਾ ਔਖਾ। ਵੱਡੀਆਂ ਆਸਾਂ ਹੁੰਦੀਆਂ, ਉਮੀਦਾਂ ਹੁੰਦੀਆਂ ਪੁੱਤਾਂ ਤੋਂ। ਜਦੋਂ ਪੁੱਤ ਗੱਭਰੂ ਹੁੰਦਾ ਉਦੋਂ ਲੱਗਦਾ ਵੀ ਵੀ ਹੁਣ ਮੇਰਾ ਸਹਾਰਾ ਬਣੂਗਾ, ਹੁਣ ਮੈਨੂੰ ਬਰਾਬਰ ਜਿਹੜਾ ਸਾਰਾ ਬਹੁਤ ਹੋ ਗਿਆ ਸੀ ਜੀ। ਹੁਣ ਕੀ ਕਰੀਏ, ਸਾਰਾ ਥੱਲੇ ਸੜਤਾ ਜੀ ਸਾਰਾ। ਹੁਣ ਕੁਛ ਕਰਨ ਜੋ ਕਰੇ ਵੀ ਇਹ ਨਹੀਂ। ਹੈ ਤਾਂ ਬਹੁਤ ਔਖਾ ਬਾਪੂ। ਤੁਸੀਂ ਏਡੀਆਂ ਜਿਹੜਾ ਮਕਾਨ ਬਣਾਇਆ ਸੀ, ਨਵਾਂ ਘਰ ਪਾਇਆ, ਫਿਰ ਇਹ ਗੁਰਵਿੰਦਰ ਦੀ ਸੋਚ ਮੁਤਾਬਕ ਜਾਂ ਫਿਰ ਉਹਦੀ ਰਾਏ ਜਾਂ ਫਿਰ ਕਿੱਦਾਂ? ਉਸੇ ਦੀ ਰਾਏ ਨਾਲ ਹੀ ਬਣਿਆ ਜੀ ਸਭ ਕੁਛ, ਵੀ ਆਪਾਂ ਜਗ੍ਹਾ ਪਾਓ। ਇਹ ਤਾਂ ਆਪਣਾ ਤਾਂ ਚੜ੍ਹਦਾ ਉਤਰਦਾ ਰਹਿੰਦੀ ਹੈ ਜੀ। ਵੀ ਮੈਂ ਆ ਕੇ ਹੁਣ ਕਹਿੰਦਾ ਸੀਗਾ ਵੀ ਮੈਂ ਜੋੜੀਆਂ ਜਾੜੀਆਂ ਮੈਂ ਲਵਾਊਂ ਆ ਕੇ, ਵੀ ਮੇਰੇ ਆਏ ਬਣਾ ਲਾਇਆ ਉਹਨਾਂ ਤੁਸੀਂ। ਹੁਣ ਜੀ ਉਹ ਆਏ ਹੀ ਨਹੀਂ, ਹੁਣ ਕਿੱਥੋਂ ਜੋੜੀਆਂ ਲੱਗਣੀਆਂ? ਬਹੁਤ ਔਖਾ। ਦਰਸ਼ਕੋ, ਤੁਸੀਂ ਜਿਹੜਾ ਘਰ ਦੇਖ ਰਹੇ ਹੋ ਨਵਾਂ, ਇਹ ਗੁਰਵਿੰਦਰ ਦੀ ਸੋਚ ਮੁਤਾਬਕ ਪਾਇਆ ਗਿਆ, ਨਵਾਂ ਮਕਾਨ ਪਾਇਆ ਗਿਆ। 2 ਪੁੱਤਰਾਂ ਦੇ ਹਿੱਸੇ 'ਚ ਮਕਾਨ ਪਾਇਆ ਗਿਆ, ਪੱਥਰ ਲੱਗ ਗਿਆ, ਸੀਮੈਂਟ ਲਾ ਕੇ ਪਲਾਸਟਰ ਕਰ ਲਿਆ, ਘਰ ਦੀ ਤਿਆਰੀ ਲਗਭਗ ਹੋ ਗਈ, ਜੋੜੀਆਂ ਲਾਉਣੀਆਂ ਬਾਕੀ ਸੀ। ਬਾਪੂ ਦੱਸਦਾ, ਗੁਰਵਿੰਦਰ ਕਹਿੰਦਾ ਕਿ ਤੁਸੀਂ ਘਰ ਪਾਓ, ਔਖੇ ਸੌਖੇ ਹੋ ਕੇ ਆਪਾਂ ਘਰ ਪਾ ਲਈਏ। ਚੜ੍ਹਦਾ ਉੱਤਰਦਾ, ਕਰਜ਼ੇ ਦੀ ਗੱਲ ਕਰਦੇ ਕਿ ਚੜ੍ਹਦਾ ਉੱਤਰਦਾ ਰਹਿੰਦਾ, ਜੋੜੀਆਂ ਮੈਂ ਆ ਕੇ ਲਵਾਉਂਗਾ। ਬਾਪੂ, 2 ਪੁੱਤਰਾਂ ਦੇ ਹਿੱਸੇ 'ਚ ਪਾਇਆ ਸੀ ਘਰ ਫਿਰ? ਹਾਂ, 2 ਦੀ ਵੰਡ ਪਈ ਸੀ ਜੀ, 2 ਦੀ ਰਹਿ ਗਈ ਸੀ। ਇਹ ਮੇਰਾ ਭਰਾ ਨਾਲ ਆ ਜੀ, ਅਸੀਂ ਇਕੱਠੇ ਆ ਸਾਰੇ। ਤੁਸੀਂ ਦੋਨੇ ਇਕੱਠੇ ਹੋ? ਹਾਂ ਜੀ, 2 ਭਰਾ ਮੇਰੇ ਤੇ 2 ਇਹਦੇ ਭਾਈ ਦੇ। ਅੱਛਾ, 4 ਬੱਚੇ ਆ? ਹਾਂ, 4 ਬੱਚੇ। ਅੱਛਾ, 2 ਦੀ ਹੁਣ ਤੁਸੀਂ ਕੋਠੀ ਪਾ ਲਈ ਸੀ, 2 ਦੀ ਫਿਰ ਪਾਉਣੀ ਸੀ? 2 ਦੀ ਫੇਰ ਪਾਉਣੀ ਜੀ। ਹਾਂ, ਵੀ ਆਹ ਰਿਟਾਇਰ ਕੇ ਪਾ ਲਾਂਗੇ, ਆਪਾਂ ਨੇ ਕਿਹੜਾ ਬੰਨਿਆ ਵੀ ਹੋਣੀ ਪਾਉਣੀ ਹੈ। ਜ਼ਮੀਨ ਜਾਇਦਾਦ ਕਿੰਨੀ ਹੈ ਬਾਪੂ ਤੁਹਾਡੇ ਕੋਲੇ? ਜ਼ਮੀਨ ਦੇ ਸਾਰੇ 10 ਕਿੱਲੇ ਨੇ। 2 ਭਰਾਵਾਂ ਕੋਲੇ? 2 ਭਰਾਵਾਂ ਕੋਲੇ 4 ਪੁੱਤਰ। 4 ਪੁੱਤ। ਬਾਪੂ, ਜਦੋਂ ਗੁਰਵਿੰਦਰ ਭਰਤੀ ਨਹੀਂ ਹੋਇਆ ਸੀ ਫੌਜ 'ਚ, ਖੇਤੀਬਾੜੀ ਦਾ ਕੰਮ ਕਰਾਉਂਦਾ ਸੀ ਨਾਲ? ਹਾਂ ਜੀ, ਕਰਾਉਂਦਾ ਸੀ। ਬਹੁਤ ਕੰਮ ਜ਼ਿਆਦਾ ਕਰਦਾ ਸੀ। ਹੁਣ ਵੀ ਜੀ ਉਹ ਕਹਿੰਦਾ ਵੀ ਤੁਹਾਨੂੰ ਬੰਦੇ ਜੇ ਨਹੀਂ ਮਿਲਦੇ ਵੀ ਤੁਸੀਂ ਆਪ ਲਾਓ, ਉਧਰੋਂ ਮੈਂ ਆਉਂਗਾ ਵੀ ਆਪਾਂ ਆਪ ਲਾਓ। ਅੱਛਾ, ਝੋਨਾ ਲਾਉਣ ਦੀ ਵੀ ਗੱਲ ਕਰਦਾ ਸੀ? ਹਾਂ, ਹੁਣ ਆਉਣਾ ਸੀ ਬਾਪੂ? ਕਦੋਂ ਆਉਣਾ ਸੀ? ਆਉਣਾ ਸੀ ਜੀ ਉਹਨੇ ਛੁੱਟੀ। ਕਹਿੰਦਾ ਸੀ ਸਾਨੂੰ ਵੀ ਛੁੱਟੀ ਮੈਂ ਲਊਂਗਾ, ਪਰ ਮਿਲੀ ਨਹੀਂ ਛੁੱਟੀ ਉਹਨੂੰ। ਅੱਛਾ, ਇੰਨਾ ਫਿਕਰ ਬਾਪੂ ਰੱਖਦਾ ਸੀ ਵੀ ਹਾਂ ਝੋਨਾ ਜੀ। ਜੇ ਬੰਦੇ ਨਹੀਂ ਮਿਲਦੇ ਜਾਂ ਲੇਬਰ ਦੀ ਘਾਟ ਸੀ? ਹਾਂ, ਵੀ ਮੈਂ ਆਪ ਲਵਾਵਾਂਗੇ ਕਹਿੰਦਾ। ਮੈਂ ਨਾਲ ਲਵਾਉਂਗਾ। ਲਾਈ ਵੀ ਇਹਨਾਂ ਨੇ ਹਾਂ, 7 ਕਿੱਲੇ ਬਣਦੇ ਸਾਡੇ ਲਾਗੇ ਤੇ ਜੀ, 7 ਕਿੱਲੇ ਰਹਿ ਗਏ ਸੀ। ਹਾਂ, ਅੱਛਾ, ਕੁਛ ਠੇਕੇ ਤੇ ਰੱਖਦੇ ਹੋ ਜ਼ਮੀਨ ਹਾਂ, ਤੁਸੀਂ? ਠੇਕੇ ਤੇ। ਜਦੋਂ ਬਾਪੂ 20-25 ਦਿਨ ਗੁਰਵਿੰਦਰ ਘਰੇ ਆਇਆ ਸੀ, ਉਦੋਂ ਫਿਰ ਨਾਲ ਕੰਮ ਧੰਦਾ ਕਰਵਾਉਂਦਾ ਰਿਹਾ, ਕੀ ਮਹਿਸੂਸ ਕੀ ਕਰਦਾ ਸੀ? ਕੀ ਕਹਿੰਦਾ ਸੀ ਬਾਪੂ? ਉਦੋਂ ਘਰ ਨਵਾਂ ਪੈ ਰਿਹਾ ਸੀ ਮੇਰਾ ਖਿਆਲ, ਕੀ ਕਹਿੰਦਾ ਸੀ ਉਦੋਂ? ਉਹਦੇ ਆਏ ਤੀ ਚੱਲਿਆ ਕੰਮ ਜੀ। ਬਸ ਉਹਨੇ ਇੱਕ ਦਿਨਾਂ 'ਚ ਛੱਤ ਪਾਤੀ ਆ 1 ਲੀਟਰ ਦੀ, ਬਸ ਫਿਰ ਲੈਟਰ ਪਾ ਕੇ ਵਗ ਗਿਆ ਜੀ, ਮੁੜ ਕੇ ਆਇਆ ਨਹੀਂ।
ਅੱਛਾ ਲੈਂਟਰ ਨਾਲ ਪਵਾ ਕੇ ਗਿਆ। ਹਾਂ 1 ਲੀਟਰ ਪਵਾਇਆ। ਇਸ ਘਰ ਨਾਲ ਵੀ ਬਾਪੂ ਦੀ ਯਾਦ ਹਮੇਸ਼ਾ ਜੁੜੀ ਰਹੂਗੀ। ਹਾਂ ਜੀ ਬਸ ਉਹਨੇ ਦੇਖਣਾ ਨਹੀਂ ਹੈਗਾ ਕੀ ਬਣ ਗਿਆ ਕੀ ਜਾਂਦਾ। ਉਹ ਫੋਟੋਆਂ ਸਾਈਂ ਦਿਖਾਉਂਦੇ ਤੇ ਕੀ ਪਤਾ ਲੱਗਦਾ ਫੋਟੋਆਂ ਦੇ ਕੀ ਦੇ। ਅੱਛਾ ਹੁਣ ਤੁਸੀਂ ਵੀਡੀਓ ਕਾਲ ਕਰਕੇ ਮੋਬਾਈਲ ਰਾਹੀਂ ਦਿਖਾਉਂਦੇ ਸੀ ਘਰ ਨੂੰ। ਇੱਕ ਦੋ ਵਾਰੀ ਦਿਖਾਇਆ ਸੀ। ਵੀਡੀਓ ਕਾਲ ਵੀ ਹੋਣੀ ਜਾਣ ਲੱਗੀ ਸੀ, ਪਹਿਲਾਂ ਤਾਂ ਜਾਂਦੀ ਵੀ ਨਹੀਂ ਸੀ ਜੀ। ਹੁਣ 1-2 ਵਾਰਾਂ ਗਈ ਆ ਬਸ। ਕੀ ਕਹਿੰਦਾ ਸੀ ਬਾਪੂ? ਕਰੋਨਾ ਦਾ ਦੌਰ ਚੱਲਿਆ, ਮਹਾਮਾਰੀ ਚੱਲੀ ਆ, ਉਦੋਂ ਗੱਲਾਂ ਬਾਤਾਂ ਕਰਦਾ ਹੋਊ ਵੀ ਉੱਥੋਂ ਦਾ ਮਾਹੌਲ ਕੀ ਹੈ, ਇੱਥੋਂ ਦਾ ਮਾਹੌਲ ਕੀ ਹੈ ਦਾ। ਪਰ ਤੂੰ ਐਂ ਕਹਿੰਦਾ ਸੀ ਵੀ ਉਰੇ ਤਾਂ ਹੈ ਹੀ ਨਹੀਂ ਕਰੋਨਾ, ਵੀ ਇੱਥੇ ਤੁਹਾਡੇ ਕੋਲੇ ਨਾ ਹੋਵੇ। ਮੈਂ ਸਾਡੇ ਕੋਲੇ ਕਿੱਥੋਂ ਆ ਗਈ ਕਰੋਨਾ? ਬਸ ਇੰਨੀਆਂ ਜਿਹੀਆਂ ਗੱਲਾਂ ਕਰਦਾ ਸੀ। ਬਾਪੂ ਉੱਥੋਂ ਦਾ ਮਾਹੌਲ ਦੱਸਦਾ ਸੀ ਵੀ ਐਂ ਕਰਕੇ ਵੀ ਇਹੋ ਜਿਹਾ ਮਾਹੌਲ ਬਣਿਆ, ਮੈਂ ਜਿੱਥੇ ਬਾਰਡਰ ਤੇ ਤੈਨਾਤ ਹਾਂ ਉੱਥੇ ਸਥਿਤੀ ਤਣਾਅਪੂਰਨ ਬਣੀ ਆ, ਉੱਥੇ ਲੜਾਈ ਦਾ ਮਾਹੌਲ ਆ ਜਾਂ ਇਦਾਂ ਦਾ ਮਾਹੌਲ ਦੱਸਦਾ ਸੀ ਤੁਹਾਨੂੰ? ਗੱਲਬਾਤ ਕਰਦਾ ਸੀ? ਨਾ ਜੀ ਉਹਨੇ ਕੋਈ ਐਡੀ ਵਾਲੀ ਦੱਸੀ ਨਹੀਂ ਕਿ ਬਸ ਕਹਿੰਦਾ ਸੀ ਵੀ ਖਾਣੇ ਦਾਣੇ ਦੀ ਉਰੇ ਬਹੁਤ ਸਹੀ ਮਿਲਦਾ, ਸਾਨੂੰ ਸਾਡੇ ਤੋਂ ਖਾਧਾ ਵੀ ਨਹੀਂ ਜਾਂਦਾ ਹੈਗਾ। ਵੀ ਜਿੰਨੀ ਸਾਨੂੰ ਅਸੀਂ ਚੀਜ਼ ਖਾਣੀ ਉਦੋਂ ਵੱਧ ਚੀਜ਼ ਪਈ ਰਹਿੰਦੀ ਆ ਸਾਡੇ। ਬਦਾਮ ਬਥੇਰੇ ਪਏ ਰਹਿੰਦੇ ਨੇ, ਕਾਜੂ ਬਥੇਰੇ ਪਏ ਰਹਿੰਦੇ ਨੇ, ਅਸੀਂ ਤੱਤੇ ਕਰ ਕਾਜੂ ਖਾਂਦੇ ਹਾਂ ਜੀ। ਤਾਂ ਦਰਸ਼ਕੋ ਸ਼ਹੀਦ ਹੋਏ ਗੁਰਵਿੰਦਰ ਸਿੰਘ ਦੇ ਚਾਚਾ ਮੇਜਰ ਸਿੰਘ ਸਾਡੇ ਨਾਲ ਹੈ। ਅੰਕਲ ਜੀ ਤੁਸੀਂ ਕੋਈ ਗੱਲ ਕਰਦੇ ਸੀ ਗੁਰਵਿੰਦਰ ਬਾਰੇ, ਕੀ ਗੱਲ ਦੱਸਦੇ ਸੀ? ਕੁਛ ਨਹੀਂ ਜੀ, ਗੁਰਮਿੰਦਰ ਬਾਰੇ ਦਾ ਕੁਛ ਨਹੀਂ, ਇੱਥੋਂ ਫੌਜ 'ਚ ਵਗ ਗਿਆ। ਬਸ 9-10 ਮਹੀਨੇ ਉੱਥੋਂ ਸਭ ਕਰਕੇ ਸਰਵਿਸ ਜੀ, ਭੁੱਜ ਵਗ ਗਿਆ। ਭੁੱਜ ਤੋਂ ਉੱਥੋਂ ਉਰੇ ਆ ਗਿਆ, ਫਿਰ ਭੁੱਜ ਵਗ ਗਿਆ। ਮੁੜ ਕੇ ਉਰੇ ਬਸ ਜਾਂਦਾ ਹੋਇਆ ਇੱਧਰ ਜਦੋਂ ਬਦਲੀ ਹੋ ਗਈ ਇਹਦੀ ਲੇਹ ਦੀ, ਉੱਧਰ 3 ਦਿਨ ਲਾ ਕੇ ਗਏ ਜੀ। ਉਦੋਂ ਮੁੜ ਕੇ ਸਾਡੇ ਕੋਲ ਆਏ ਨਹੀਂ। ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਸੀਗੀ? ਹਾਂ ਜੀ ਫੋਨ ਤੇ ਤਾਂ ਹੁੰਦੀ ਸੀ, ਪਹਿਲਾਂ ਹੋਈ ਵੀ ਨਹੀਂ ਗੱਲ, ਤੇ ਵਿੱਚ ਦੀ ਹੁੰਦੀ ਵੀ ਰਹੀ ਹੈਗੀ ਗੱਲ। ਤੇ ਹੁਣ 20 ਕੁ ਦਿਨ ਹੋ ਗਏ ਉਦੋਂ ਆਇਆ ਦੀ ਫੋਨ, ਕਹਿੰਦਾ ਵੀ ਮੈਂ ਹੁਣ ਮੇਰਾ ਫੋਨ ਨਹੀਂ ਆਉਂਦਾ ਹੈਗਾ, ਵੀ ਕਿਸੇ ਗੱਲ ਦੀ ਚਿੰਤਾ ਨਾ ਕਰਿਓ, ਵੀ ਅਸੀਂ ਠੀਕ ਠਾਕ ਆ, ਵੀ ਅਸੀਂ ਗਾਹਾਂ ਜਾਵਾਂਗੇ, ਉੱਥੇ ਫੋਨ ਨਹੀਂ ਆਉਂਦਾ। ਕੀ ਕਾਰਨ? ਫੋਨ ਕਿਉਂ ਉਹਨੇ ਕਹਿਤਾ ਵੀ ਹੁਣ ਮੇਰਾ ਫੋਨ ਨਹੀਂ ਆਉਣਾ, ਚਿੰਤਾ ਨਾ ਕਰਿਓ? ਮੈਂ ਉਹ ਕਹਿੰਦਾ ਜੀ ਅਸੀਂ ਗਾਹਾਂ ਜਾਵਾਂਗੇ, ਪਤਾ ਨਹੀਂ ਕਿੱਥੇ। ਇੱਥੇ ਨੈਟਵਰਕ ਹੈ ਨਹੀਂ ਫੋਨ ਦਾ, ਜਾਣੀ ਪਹਾੜੀ ਤੇ ਸੀ। ਹਾਂ ਜੀ ਪਹਾੜੀ ਤੇ ਫੋਨ ਜਾਂਦਾ ਨਹੀਂ ਕਹਿੰਦੇ ਉੱਥੇ। ਤੁਹਾਡੇ ਨਾਲ ਅੰਕਲ ਜੀ ਗੱਲਬਾਤ ਕਰਦਾ ਹੋਊ ਗੁਰਵਿੰਦਰ, ਦੱਸਦਾ ਹੋਊਗਾ ਕਿ ਇੰਨਾ ਕੁ ਟਾਈਮ ਇਸ ਪਹਾੜੀ ਤੇ ਰੁਕਣਾ, ਇੰਨਾ ਕੁ ਟਾਈਮ ਮੇਰੀ ਇੱਥੇ ਜਿਹੜੀ ਨੌਕਰੀ ਜੌਬ, ਇੰਨਾ ਕੁ ਟਾਈਮ ਮੈਂ ਰਹਿਣਾ, ਇਸ ਤੋਂ ਬਾਅਦ ਉਹਨੇ ਕਿੱਥੇ ਜਾਣਾ ਸੀ? ਨਾ ਜੀ ਉਹਨੇ ਹੋਰ ਕੁਛ ਨਹੀਂ ਦੱਸਿਆ, ਉਹ ਤਾਂ ਪਹਿਲਾਂ ਤੁਸੀਂ ਬਸ ਇਹ ਕਹਿੰਦੇ ਤੇ ਵੀ 17-18 ਮਹੀਨੇ ਉੱਥੇ ਲਾਊਗਾ, ਵੀ ਫਿਰ ਉਸ ਤੋਂ ਬਾਅਦ ਬਦਲੀਆਂ ਹੋ ਜਾਣੀਆਂ ਉਰਾਂ ਪਰਾਂ ਦੀਆਂ, ਵੀ ਉਹ ਹੁਣ ਕੋਈ ਨਹੀਂ ਦੱਸਿਆ ਹੈਗਾ ਵੀ ਅਸੀਂ ਉਰੇ ਇੰਨਾ ਚਿਰ ਰਹਾਂਗੇ ਜਾਂ ਇੰਨਾ ਚਿਰ ਨਾ, ਕੋਈ ਗੱਲ ਨਹੀਂ ਹੋਈ ਜੀ। ਬਾਪੂ ਘਰ ਨਵਾਂ ਪਾਇਆ, ਘਰ ਦੀਆਂ ਖੁਸ਼ੀਆਂ ਸਾਂਝੀਆਂ ਕਰਦਾ ਹੋਊਗਾ। ਹਾਂਜੀ ਖੁਸ਼ੀਆਂ ਸਾਂਝੀਆਂ ਕਦੋਂ ਇਦਾਂ ਬਣਾਂਗੇ, ਇਦਾਂ ਕਰਾਂਗੇ ਆਪਾਂ। ਉਹਦੇ ਸਿਰ 'ਤੇ ਹੀ ਕਰ ਪਿਆ ਤੀ ਜੀ। ਅੱਛਾ ਉਹਨੇ ਹੱਲਾਸ਼ੇਰੀ ਦਿੱਤੀ ਸੀ, ਹਾਂਜੀ ਮਦਦ ਵੀ ਕੀਤੀ ਸੀ ਘਰ ਪਾਉਣ। ਹਾਂਜੀ ਨਵਾਂ ਪਟਾ ਕੇ ਗਏ ਜੀ, ਸਾਰਾ ਕਰਕੇ ਗਏ। ਬਾਪੂ ਅੱਜ ਮਾਹੌਲ ਦੁੱਖ ਵਾਲਾ, ਗਮਗੀਨ ਮਾਹੌਲ ਹੈ। ਗੁਰਵਿੰਦਰ ਨੂੰ ਕਿਤੋਂ ਮੋੜ ਕੇ ਤਾਂ ਲਿਆ ਨਹੀਂ ਸਕਦੇ, ਪਰ ਕੀਤਾ ਵੀ ਕੀ ਜਾ ਸਕਦਾ? ਉਹਦੀ ਸ਼ਹੀਦੀ ਆ, ਵੱਡੀ ਕੁਰਬਾਨੀ ਆ, ਉਹਨੂੰ ਅਸੀਂ ਸਲਾਮ ਤੇ ਸਜਦਾ ਕਰਦੇ ਹਾਂ। ਕਿੱਥੇ ਇਸ ਘਰ ਦੇ ਵਿੱਚ ਖੁਸ਼ੀਆਂ ਹੋਣੀਆਂ ਸੀ, ਵਿਆਹ ਹੋਣਾ ਸੀ, ਅੱਜ ਗਮਗੀਨ ਮਾਹੌਲ ਹੈ। ਹਾਂਜੀ ਹੁਣ ਵਿਆਹ ਦੀਆਂ ਤਿਆਰੀਆਂ ਤੀ, ਵੀ ਜਿੱਤੇ ਆ ਕੇ ਵਿਆਹ ਕਰ ਦਾਂਗੇ। ਕਦੋਂ ਵਿਆਹ ਸੀਗਾ ਬਾਪੂ? ਹੁਣ ਕਰਨਾ ਦੀ ਜੀ ਗਾਹਾਂ ਮੱਗਰ 'ਚ, ਵੀ ਜਿੱਦੇ ਛੁੱਟੀ ਆ ਗਿਆ ਉਦੋਂ ਕਰ ਦਾਂਗੇ। ਅੱਛਾ ਵਿਆਹ ਦੀਆਂ ਤਿਆਰੀਆਂ ਕਰਕੇ, ਜਾਣੀ ਗੁਰਵਿੰਦਰ ਦਾ ਵਿਆਹ ਕਰਕੇ ਨਵਾਂ ਘਰ ਬਣਾਇਆ, ਵੀ ਘਰ ਨਵਾਂ ਬਣਾ ਲਿਆ। ਹਾਂਜੀ ਘਰ ਆਏਗਾ ਹੀ ਨਹੀਂ ਤੀ ਜੀ, ਥੋੜਾ ਤੀ ਘਰ, ਉਹਦੇ ਕਾਰਨ ਘਰ ਪਾਇਆ ਤੀ ਜੀ, ਵੀ ਵਿਆਹ ਕਰਾਂਗੇ ਗਾਹਾਂ ਜਵਾਕ। ਕੀ ਸੋਚ ਲੈ ਕੇ ਫੌਜ 'ਚ ਭਰਤੀ ਹੋਏ ਬਾਪੂ? ਹਰ ਕੋਈ ਡਰਦਾ ਰਹਿੰਦਾ, ਜ਼ਿਆਦਾਤਰ ਬੱਚੇ ਤਾਂ ਬਾਹਰ ਨੂੰ ਜਾਣ ਦੀ ਗੱਲ ਕਰਦੇ ਆ, ਅਸੀਂ ਸੌਖੇ ਰਵਾਂਗੇ, ਬਾਹਰ ਜਾਣਾ, ਭਾਵੇਂ 5 ਰੁਪਈਆਂ ਦੀਆਂ ਲੱਗ ਜਾਣਾ ਬਾਹਰ। ਪਰ ਗੁਰਵਿੰਦਰ ਇੰਨੀ ਜਿਵੇਂ ਕਠਿਨ ਕਹਿ ਲਈਏ, ਪਰ ਬਹੁਤ ਵੱਡੀ ਬਹਾਦਰੀ ਤੇ ਉਹਦੀ ਕੁਰਬਾਨੀ ਹੈ। ਇੰਨੀ ਕਠਿਨ ਨੌਕਰੀ ਕਰਨ ਵਾਸਤੇ ਕਿੱਦਾਂ ਉਹ ਤਿਆਰ ਹੋ ਗਿਆ? ਕੀ ਸੋਚ ਕੀ ਲੈ ਕੇ ਚੱਲਿਆ ਸੀ? ਉਹਦੀ ਤਾਂ ਜੀ ਪਹਿਲੇ ਦਿਨ ਹੀ ਸੋਚ ਇਹ ਤੀ ਵੀ ਮੈਂ ਕਿਸੇ ਪਾਸੇ ਜਾਣਾ ਨਹੀਂ, ਮੈਂ ਭਰਤੀ ਹੀ ਹੋਣਾ, ਮੈਂ ਫੌਜ 'ਚ ਹੀ ਜਾਣਾ। ਹੋਰ ਉਹਦੀ ਕੋਈ ਸੋਚ ਹੀ ਨਹੀਂ ਤੀ। ਬਥੇਰਾ ਕਹਿੰਦੇ ਤੇ ਵੀ ਚੱਲ ਉਰੇ ਲਵੇ ਲਾਉਣੇ ਦੇਖ ਲਾ ਕਿਤੇ, ਨਾ ਜੀ ਕਹਿੰਦਾ ਮੈਂ ਜਾਣਾ ਹੀ, ਕਹਿੰਦਾ ਬਸ ਫੌਜ 'ਚ ਹੈ ਕਹਿੰਦਾ। ਅੱਛਾ ਸੁਪਨਾ ਫੌਜ ਦਾ ਸੀ, ਫੌਜ 'ਚ ਹੀ ਜਾਣਾ? ਹਾਂਜੀ ਉਹਦਾ ਤਾਂ ਬਸ ਇਹੀ ਸੁਪਨਾ ਸੀ ਵੀ ਮੈਂ ਫੌਜ 'ਚ ਜਾਣਾ ਹੈ।
ਜਦੋਂ ਬਾਪੂ ਉਹ ਛੁੱਟੀ ਆਇਆ ਸੀ, ਜ਼ਿਆਦਾਤਰ ਆਪਣੇ ਯਾਰਾਂ ਮਿੱਤਰਾਂ 'ਚ ਜਾਂਦਾ ਹੋਊ, ਉਹਨਾਂ ਨੂੰ ਗੱਲਬਾਤ ਕਰਦਾ ਹੋਊ, ਤੁਹਾਨੂੰ ਵੀ ਉੱਥੇ ਫੌਜ ਬਾਰੇ ਦੱਸਦਾ ਹੋਊ, ਉੱਥੇ ਆਹ ਸਹੂਲਤਾਂ, ਉੱਥੇ ਇਹਨਾਂ ਚੀਜ਼ਾਂ ਦੀ ਕਮੀ ਆ, ਇਦਾਂ ਮਹਿਸੂਸ ਹੁੰਦਾ। ਘਰੇ ਮੈਂ ਛਾਬੇ 'ਚੋਂ ਚੱਕ ਕੇ ਰੋਟੀਆਂ ਖਾ ਲੈਣਾ, ਉੱਥੇ ਨਹੀਂ ਮਿਲਦੀ ਕੀ ਗੱਲਾਂ ਬਾਤਾਂ ਦੱਸਦਾ ਸੀ? ਜੀ ਰੋਟੀ ਬਾਰੇ ਤਾਂ ਉਹਨੇ ਕਦੇ ਨਹੀਂ ਕਿਹਾ ਜੀ, ਰੋਟੀ ਤਾਂ ਕਹਿੰਦਾ ਰਿਹਾ, ਸਾਨੂੰ ਤਾਂ ਉਹ ਇੰਨਾ ਹੀ ਕਹਿੰਦਾ ਰਿਹਾ ਵੀ ਸਾਤੋਂ ਖਾਧਾ ਨਹੀਂ ਜਾਂਦਾ ਹੈਗਾ, ਬਹੁਤ ਸਾਰਾ ਕੁਝ ਮਿਲਦਾ ਹੈਗਾ। ਕੋਈ ਉਹਨੇ ਸਾਨੂੰ ਰੋਟੀ ਬਾਰੇ ਨਹੀਂ ਗੱਲ ਕਰੀ, ਕੋਈ ਦਾਲ ਨਹੀਂ ਦੱਸਿਆ ਹੈਗਾ ਕਿਤੇ। ਜਦੋਂ ਪੁੱਛਦੇ ਰਿਹਾ ਕਹਿੰਦੇ ਵੀ ਇਸ ਗੱਲ ਦੀ ਤਾਂ ਕੋਈ ਚਿੰਤਾ ਹੀ ਨਹੀਂ ਹੈਗੀ, ਵੀ ਸਭ ਕੁਝ ਇੱਥੇ ਵਾਧੂ ਆ, ਸਾਤੋਂ ਖਾਧਾ ਨਹੀਂ ਜਾਂਦਾ। ਸਰਕਾਰਾਂ ਦੀ ਗੱਲ ਕਰੀਏ, ਸਰਕਾਰਾਂ ਕਹਿੰਦੀਆਂ ਅਸੀਂ ਸ਼ਹੀਦਾਂ ਦਾ ਮੁੱਲ ਪੂਰਾ ਪਾਉਂਦੇ ਹਾਂ, ਹਾਲਾਂਕਿ ਸ਼ਹੀਦਾਂ ਦਾ ਮੁੱਲ ਪਾਇਆ ਨਹੀਂ ਜਾ ਸਕਦਾ ਕਿਉਂਕਿ ਸ਼ਹੀਦਾਂ ਦੀ ਕੁਰਬਾਨੀ ਬਹੁਤ ਵੱਡੀ ਆ। ਗੁਰਵਿੰਦਰ ਸਿੰਘ ਸ਼ਹੀਦ ਹੋ ਗਿਆ ਦੇਸ਼ ਦੀ ਖਾਤਰ, ਤੁਹਾਡਾ ਪੁੱਤਰ ਇਸ ਜਹਾਨ ਤੋਂ ਤੁਰ ਗਿਆ, ਪੂਰੇ ਪੰਜਾਬ ਦਾ, ਪੂਰੇ ਭਾਰਤ ਦਾ ਪੁੱਤਰ ਬਣ ਕੇ ਤੁਰ ਗਿਆ, ਤੁਹਾਡੀ ਸਰਕਾਰ ਨੇ ਬਾਂਹ ਫੜੀ ਜੀ? ਸਰਕਾਰ ਨੇ ਤਾਂ ਜੀ ਹੁਣ ਬਸ ਦੇਖੋਗਾ, ਜਦੋਂ ਕੁਛ ਬਣੂਗਾ ਉਦੋਂ ਦੇਖੀ ਜਾਊ, ਕਹੀਂ ਤਾਂ ਸਾਰੇ ਹੀ ਜਾਂਦੇ ਨੇ। ਕੀ ਕਹਿ ਰਹੇ ਆ ਹੁਣ? ਸਹਾਇਤਾ ਕਰਾਂਗੇ ਤੁਹਾਡੀ, ਸਾਰਾ ਕੁਝ ਕਰਾਂਗੇ, ਕੋਈ ਤੁਹਾਡਾ ਕਾਰੋਬਾਰ ਨਹੀਂ ਖੜਨ ਦਿੰਦੇ, ਕੁਛ ਨਹੀਂ ਖੜਨ ਦਿੰਦੇ, ਪਰ ਜਦੋਂ ਕੋਈ ਹੋਊਗੀ ਗੱਲ ਦੇਖੀ ਜਾਊਗੀ। ਕੋਈ ਨੌਕਰੀ ਬਾਰੇ ਕੋਈ ਨੌਕਰੀ ਕਿਹਾ ਹੈ ਜੀ, ਵੀ ਨੌਕਰੀ ਵੀ ਦਵਾਵਾਂਗੇ, ਤੇ ਲਵੇ ਲਾਉਣੇ ਮੁੰਡੇ ਨੂੰ, ਵੱਡੇ ਨੂੰ। ਕੌਣ ਵਿਸ਼ਵਾਸ ਦਵਾ ਰਿਹਾ ਇਸ ਟਾਈਮ ਤੁਹਾਨੂੰ? ਹੁਣ ਤਾਂ ਜੀ ਇਹੀ ਕੋਈ ਵੀ ਅਫਸਰ ਆਉਂਦਾ ਹੈ ਹਰੇਕ ਇਹੀ ਗੱਲ ਕਹਿੰਦਾ ਹੈ। ਹੁਣ ਜਣੇ ਇਹ ਮੌਕੇ ਦਾ MLA ਜਿਹੜਾ ਉਹ ਆਪ ਕਹਿ ਰਿਹਾ ਵੀ ਮੈਂ ਨੌਕਰੀ ਦਿਵਾਊਂਗਾ। ਕੌਣ MLA ਤੁਹਾਡਾ ਜੀ? ਦਾਵਨ ਹੈ ਜੀ। ਤਾਂ ਸਰਕਾਰ ਵੱਲੋਂ ਵਿਸ਼ਵਾਸ ਦਵਾਇਆ ਜਾ ਰਿਹਾ ਕਿ ਉਸ ਦੀ ਸ਼ਹੀਦੀ ਨੂੰ ਅਣਜਾਈ ਨਹੀਂ ਜਾਣ ਦਿੱਤਾ ਜਾਊਗਾ, ਉਹਦੀ ਸ਼ਹੀਦੀ ਦਾ ਮੁੱਲ ਪਾਇਆ ਜਾਊ। ਹਾਲਾਂਕਿ ਸ਼ਹੀਦਾਂ ਦੀ ਜਿਹੜੀ ਕੁਰਬਾਨੀ ਆ ਉਹਦਾ ਕਦੇ ਵੀ ਮੁੱਲ ਪਾਇਆ ਨਹੀਂ ਜਾ ਸਕਦਾ। ਸੋ ਪਰਿਵਾਰ ਅੱਜ ਗਹਿਰੇ ਸਦਮੇ 'ਚ ਆ, ਡੂੰਘੇ ਸਦਮੇ 'ਚ ਆ। ਪਰਿਵਾਰ ਨੇ ਕਿੰਨੀਆਂ ਖੁਸ਼ੀਆਂ ਲੈ ਕੇ ਇਸ ਘਰ ਦੀ ਨੀਂਹ ਧਰੀ ਹੋਊਗੀ, ਕੀ ਸੋਚਿਆ ਹੋਊਗਾ ਉਸ ਦਿਨ, ਕੀ ਸੁਪਨੇ ਹੋਣਗੇ ਪਰਿਵਾਰ ਦੇ, ਕੀ ਸੁਪਨੇ ਹੋਣਗੇ ਗੁਰਵਿੰਦਰ ਦੇ, ਕਿ ਅਸੀਂ ਇੱਥੇ ਘਰ ਬਣਾਵਾਂਗੇ, ਨਵਾਂ ਮਕਾਨ ਬਣਾਵਾਂਗੇ, ਨਵੀਂ ਕੋਠੀ ਬਣਾਵਾਂਗੇ, ਇੱਥੇ ਗੁਰਵਿੰਦਰ ਦਾ ਵਿਆਹ ਕਰਾਂਗੇ। ਪਰ ਪਰਿਵਾਰ ਨੂੰ ਇਹ ਨਹੀਂ ਪਤਾ ਸੀ ਕਿ ਗੁਰਵਿੰਦਰ ਨੇ ਦੁਬਾਰਾ ਇਸ ਘਰ 'ਚ ਮੁੜ ਕੇ ਨਹੀਂ ਆਉਣਾ। ਗੁਰਵਿੰਦਰ ਇਸ ਕੋਠੀ ਦੀ ਬੇਸ਼ੱਕ ਇੱਕ ਵਾਰ ਲੈਂਟਰ ਪਵਾ ਗਿਆ, ਪਰ ਉਸ ਤੋਂ ਬਾਅਦ ਦੁਬਾਰਾ ਨਹੀਂ ਆਇਆ। ਹੁਣ ਕੁਝ ਸਮੇਂ ਬਾਅਦ ਗੁਰਵਿੰਦਰ ਨੇ ਆਉਣਾ ਸੀ, ਉਹਦਾ ਵਿਆਹ ਕਰਨਾ ਸੀ, ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਗੁਰਵਿੰਦਰ ਸਿੰਘ ਜੋ ਸ਼ਹੀਦ ਹੋਇਆ, ਉਸ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ। ਉਸ ਦੀ ਵੱਡੀ ਭੈਣ ਆ ਸੁਖਜੀਤ ਕੌਰ ਸਾਡੇ ਨਾਲ। ਭੈਣੇ, ਗੁਰਵਿੰਦਰ ਦੇ ਨਾਲ ਲਾਸਟ ਟਾਈਮ ਤੁਹਾਡੀ ਕਦੋਂ ਗੱਲਬਾਤ ਹੋਈ ਸੀ? ਮੇਰੇ ਅੱਜ 25 ਦਿਨ ਹੋ ਗਏ ਵੀਰੇ ਗੱਲ ਹੋਈ ਨੂੰ। ਹਾਂ, ਰਾਤ ਨੂੰ 9:15 ਵਜੇ ਫੋਨ ਆਇਆ ਸੀਗਾ, ਪੌਣਾ ਘੰਟਾ ਗੱਲਾਂ ਕੀਤੀਆਂ ਸੀ ਮੇਰੇ ਨਾਲ। ਕੀ ਕਹਿੰਦਾ ਸੀ ਭੈਣੇ, ਕੀ ਹਾਲਾਤ ਦੱਸਦਾ ਸੀ, ਕਿੱਦਾਂ ਦੀ ਗੱਲਬਾਤ ਕਰਦਾ? ਨਹੀਂ, ਉਹਨੇ ਐਂ ਦੱਸਿਆ ਨਹੀਂ ਹੈਗਾ, ਉਰੇ ਕਹਿੰਦੇ ਸਾਰਾ ਠੀਕ ਠਾਕ ਹੈ, ਕੁਛ ਨਹੀਂ ਦੱਸਿਆ ਹੈਗਾ ਵੀ ਠੀਕ ਠਾਕ ਹੈ, ਵੀ ਆ ਜਾਊਗਾ ਮੈਂ 1.5-2 ਮਹੀਨੇ ਤੱਕ ਛੁੱਟੀ ਆ ਜਾਊਗਾ, ਕੁਛ ਨਹੀਂ ਦੱਸਿਆ ਉਹਨਾਂ ਨੇ ਮੈਨੂੰ। ਮਾਹੌਲ ਠੀਕ ਦੱਸਦਾ ਸੀ ਭੈਣੇ? ਹਾਂ, ਮਾਹੌਲ ਠੀਕ ਸੀ ਵੀ ਸਾਰਾ ਠੀਕ ਆ, ਕੋਈ ਉਹ ਨਹੀਂ ਹੈਗਾ ਵੀ ਟੈਨਸ਼ਨ ਨਾ ਤੁਸੀਂ ਕਰੋ, ਵੀ ਸਾਰਾ ਠੀਕ ਠਾਕ ਹੈਗਾ। ਤੁਹਾਡੇ ਤੋਂ ਭੈਣੇ ਕਿੰਨਾ ਟਾਈਮ ਛੋਟਾ ਸੀ ਗੁਰਵਿੰਦਰ? ਮੈਥੋਂ 5 ਸਾਲ ਵਾਂਗੂ ਛੋਟਾ ਸੀ। ਇਕੱਠੇ ਖੇਡਦੇ ਹੋਵੋਗੇ, ਬਚਪਨ 'ਚ ਖੇਡਦੇ ਰਹੇ ਹੋ। ਸ਼ਰਾਰਤੀ ਸੀ ਗੁਰਵਿੰਦਰ? ਹਾਂ, ਇਹ ਤਾਂ ਠੀਕ ਸ਼ਰਾਰਤੀ ਸੀਗਾ, ਵੀ ਮੈਂ ਵੱਡੀ ਸੀ ਉਹ ਤੋਂ ਕਾਫੀ ਵਧੀਆ, ਠੀਕ ਸੀਗਾ ਵੀ। ਪਹਿਲਾਂ ਛੋਟਾ ਹੁੰਦਾ ਸ਼ਰਾਰਤੀ ਸੀ, ਫਿਰ ਜਿਉਂ-ਜਿਉਂ ਵੱਡਾ ਹੋ ਗਿਆ ਸੁਭਾਅ ਦਾ ਫਰਕ ਪਈ ਗਿਆ, ਬਹੁਤ ਵਧੀਆ ਸੁਭਾਅ ਸੀਗਾ। ਭੈਣੇ, ਕਿੰਨੀਆਂ ਖੁਸ਼ੀਆਂ ਲੈ ਕੇ ਹਨਾ ਭਰਾ ਨੂੰ ਭਰਤੀ ਕਰਾਇਆ, ਤੁਸੀਂ ਇਕੱਲੇ ਭੈਣੋ। ਉਸ ਦਿਨ ਵੀ ਤੁਸੀਂ ਆਏ ਹੋਵੋਗੇ ਜਿੱਦੇ ਗੁਰਵਿੰਦਰ ਭਰਤੀ ਹੋ ਕੇ ਗਿਆ, ਜਿਸ ਦਿਨ ਭਰਤੀ ਹੋਇਆ, ਜਿਸ ਦਿਨ ਜੁਆਇਨਿੰਗ ਪਾਈ, ਉਸ ਦਿਨ ਕੀ ਮਾਹੌਲ ਸੀਗਾ? ਵਧੀਆ ਸੀ, ਜਿਵੇਂ ਦੇਖਾ ਆਪਣੇ ਘਰਾਂ 'ਚ ਹੁੰਦਾ ਸੀ, ਖੁਸ਼ ਸੀਗੇ ਵੀ ਚਲੋ ਵਧੀਆ ਆਪਦੇ ਕੰਮ ਤੇ ਲੱਗ ਗਿਆ। ਪਰ ਇਹ ਤਾਂ ਕਦੇ ਸੋਚਿਆ ਨਹੀਂ ਸੀ ਵੀ ਐਵੇਂ ਵੀ ਹੋ ਜਾਊਗਾ। ਇੱਦਾਂ ਨਹੀਂ ਪਤਾ ਸੀ ਕਿ ਕਿੱਦਾਂ ਵਿਚਾਰਾ ਉਹ ਸ਼ਹੀਦੀ ਪਾ ਜਾਊਗਾ। ਬੇਸ਼ੱਕ ਮਾਣ ਆ ਸਾਡੇ ਪੂਰੇ ਦੇਸ਼ ਨੂੰ, ਪੰਜਾਬੀਆਂ ਨੂੰ, ਪੰਜਾਬ ਵਾਸੀਆਂ ਨੂੰ, ਪਰ ਗੁਰਵਿੰਦਰ ਦਾ ਘਾਟਾ ਤਾਂ ਕਿਤੇ ਪੂਰਾ ਨਹੀਂ ਨਾ ਕੀਤਾ ਜਾ ਸਕਦਾ। ਨਹੀਂ, ਉਹ ਘਾਟਾ ਨਹੀਂ ਕਦੇ ਵੀ ਪੂਰਾ ਹੁੰਦਾ। ਤੁਹਾਨੂੰ ਜਦੋਂ ਭੈਣੇ ਛੁੱਟੀ ਆਉਂਦਾ ਸੀ, ਮਿਲਣ ਜਾਂਦਾ ਸੀ? ਹਾਂ ਵੀਰੇ, ਮੈਨੂੰ ਉਸ ਦਿਨ ਹੀ ਕਦੇ ਰਾਹ 'ਚ ਹੀ ਕਹਿ ਦਿੰਦਾ ਵੀ ਮੈਂ ਅੱਜ ਸ਼ਾਮ ਨੂੰ ਤੇਰੇ ਕੋਲੇ ਆਊਂਗਾ। ਹਜੇ ਮੈਂ ਕਹਿ ਦਿੰਦੀ ਵੀ ਕੋਈ ਨਾ ਅੱਜ ਰੈਸਟ ਕਰ ਲਈ, ਵੀ ਕੱਲ੍ਹ ਨੂੰ ਆ ਜੀ, ਪਰ ਉਹ ਮੇਰੇ ਕੋਲੇ ਮੇਰਾ ਬਹੁਤ ਜ਼ਿਆਦਾ ਕਰਦਾ ਸੀ। ਭਰਤੀ ਹੋਣ ਤੋਂ ਪਹਿਲਾਂ ਵੀ ਬਹੁਤ ਜਾਂਦਾ ਹੁੰਦਾ ਸੀ? ਉਦੋਂ ਪੜ੍ਹਾਈ ਕਰ ਰਿਹਾ ਸੀ, ਹਾਂ, ਚਲਾ ਜਾਂਦਾ ਸੀਗਾ, ਵਗ ਜਾਂਦਾ ਸੀ ਮੇਰੇ ਕੋਲ। ਜਦੋਂ ਲਾਸਟ ਟਾਈਮ ਭੈਣੇ ਆਇਆ ਇੱਥੇ ਹਨਾ, ਘਰ ਪਾਇਆ, ਲੈਂਟਰ ਵੀ ਨਾਲ ਪਵਾ ਕੇ ਗਿਆ, ਕਿੱਡਾ ਚਾਅ ਸੀ, ਖੁਸ਼ੀ ਸੀ। ਤੁਸੀਂ ਵੀ ਆਏ ਸੀ ਉਦੋਂ? ਹਾਂ ਵੀਰ ਜੀ, ਆਈ ਸੀ ਮੈਂ ਵੀ, ਬਹੁਤ ਚਾਅ ਸੀਗਾ, ਬਹੁਤ ਖੁਸ਼ੀ ਸੀ।
ਲੱਗਦਾ ਨਹੀਂ ਸੀ ਕਿ ਗੁਰਵਿੰਦਰ ਦੀਆਂ ਗੱਲਾਂ 'ਚ ਕੁਝ ਬਦਲਾਅ ਜਾ ਆਇਆ, ਕੁਝ ਕੀ ਕਹਿ ਰਿਹਾ ਅੱਜ ਗੱਲਾਂ ਯਾਦ ਆਉਂਦੀਆਂ ਹੋਣਗੀਆਂ, ਜੇ ਉਹਦੀ ਗੱਲ ਨੂੰ ਸਮਝ ਜਾਂਦੇ ਸ਼ਾਇਦ ਕੋਈ ਗੱਲ ਹੋਰ ਹੁੰਦੀ। ਗੱਲਾਂ ਤਾਂ ਬਈ ਦੇਖੋ ਹੁਣ ਜ਼ਿਆਦਾ ਆਉਂਦੀਆਂ ਨੇ ਵੀ ਐਂ ਕਹਿੰਦਾ ਹੁੰਦਾ ਸੀ, ਐਂ ਕਹਿੰਦਾ ਹੁੰਦਾ ਸੀਗਾ, ਪਰ ਉਦੋਂ ਕਿਹੜਾ ਆਪਾਂ ਨੂੰ ਪਤਾ ਹੁੰਦਾ ਵੀ ਇਹ ਕੀ ਕੀ ਕਹਿ ਰਿਹਾ, ਵੀ ਕਿਵੇਂ ਕਹਿ ਰਿਹਾ ਹੈਗਾ। ਹੁਣ ਗੱਲਾਂ ਤਾਂ ਸਾਰੀਆਂ ਚੇਤੇ ਆਉਂਦੀਆਂ ਨੇਗੀਆਂ। ਜਾਂ ਖੁਸ਼ੀ ਖੁਸ਼ੀ ਸੀ ਗੱਲ, ਖੁਸ਼ੀ ਖੁਸ਼ੀ ਗਿਆ ਸੀ ਇੱਥੋਂ। ਖੁਸ਼ੀ, ਹਾਂ ਬਹੁਤ ਖੁਸ਼ ਸੀ ਜਦ ਗਿਆ ਸੀਗਾ। ਹੁਣ ਕਦੋਂ ਆਉਣਾ ਸੀ ਜੀ ਛੁੱਟੀ? ਹੁਣ ਐਂ ਕਹਿ ਰਿਹਾ ਸੀਗਾ ਵੀ ਮੈਂ 1.5-2 ਮਹੀਨੇ ਤੱਕ ਛੁੱਟੀ ਆ ਜਾਊਂਗਾ ਵੀ। ਜਿਹੜਾ ਵਿਆਹ ਦਾ ਪ੍ਰੋਗਰਾਮ ਲਿਖਿਆ ਸੀ, ਮੰਗਣੀ ਹੋਈ ਸੀ, ਕਦੋਂ ਤੱਕ ਜਿਹੜਾ ਵਿਆਹ ਕਰ ਦੇਣਾ ਸੀ? ਐਂ ਸੀ ਵੀ ਸਰਦੀ 'ਚ ਅੱਗੇ ਜਦੋਂ ਵੀ ਉਹ ਹੋਇਆ ਵੀ ਵਿਆਹ ਕਰਾਂਗੇ ਉਹਦਾ। ਤਾਂ ਦਰਸ਼ਕੋ, ਇਹ ਸੁਖਜੀਤ ਕੌਰ ਭੈਣ ਆ ਗੁਰਵਿੰਦਰ ਸਿੰਘ ਦੀ, ਜੋ ਸ਼ਹੀਦ ਹੋਇਆ। ਘਰ ਬਣਾਇਆ, ਇਸੇ ਘਰ 'ਚ ਉਹਦਾ ਵਿਆਹ ਕਰਨਾ ਸੀ। ਉਸ ਦੀ ਭਰਜਾਈ ਵੀ ਸਾਡੇ ਨਾਲ ਆ, ਇਹਨਾਂ ਨਾਲ ਵੀ ਫੋਨ ਤੇ ਗੱਲਬਾਤ ਕਰਦਾ ਸੀ। ਭੈਣੇ, ਤੁਹਾਡੇ ਨਾਲ ਵੀ ਗੱਲਬਾਤ ਹੁੰਦੀ ਸੀ, ਕੀ ਕਹਿੰਦਾ ਸੀ ਗੁਰਵਿੰਦਰ? ਵੀਰੇ ਐਂ ਕਹਿੰਦਾ ਹੁੰਦਾ ਸੀ ਵੀ ਬਸ ਆਪਣਾ ਪਰਿਵਾਰ ਵੀ ਵਧੀਆ, ਸਾਰਾ ਪਰਿਵਾਰ ਵੀ ਇਕੱਠੇ ਹੋ ਕੇ ਰਹੋ, ਵੀ ਜੇ ਵੀ ਕੋਈ ਵੀ ਆਪਣੇ ਪਰਿਵਾਰ 'ਚ ਗੱਲ ਹੁੰਦੀ ਹੈ ਵੀ ਆਪਾਂ ਇਕੱਠੇ ਬਹਿ ਕੇ ਕਰਾਂਗੇ। ਜਦੋਂ ਵੀ ਘਰ ਬਣਾਇਆ ਸੀ ਵੀਰੇ, ਅਸੀਂ ਸਾਰਾ ਘਰ ਉਹਦੀ ਰਾਏ ਨਾਲ ਬਣਾਇਆ ਸੀ। ਕਹਿੰਦਾ ਵੀ ਆਪਾਂ ਐਂ ਬਣਾਵਾਂਗੇ, ਐਂ ਬਣਾਵਾਂਗੇ। ਵੈਸੇ ਵੀਰੇ ਉਹ ਸਾਨੂੰ ਕਹਿੰਦਾ, ਸਾਨੂੰ ਉਹਦੀ ਗੱਲ ਸਮਝ ਨਹੀਂ ਆਈ। ਹੁਣ ਸਾਨੂੰ ਘਾਟ ਮਹਿਸੂਸ ਹੁੰਦੀ ਹੈ। ਜੇ ਅਸੀਂ ਕਹਿੰਦੇ ਵੀ ਆਪਾਂ 4 ਕੋਠੀਆਂ ਬਣਾਵਾਂਗੇ, 2 ਚਾਚਾ ਜੀ ਦੇ ਮੁੰਡੇ ਨੇ ਤੇ 2 ਭਰਾ ਇਹ ਸੀਗੇ ਵੀ ਆਪਾਂ 4 ਕੋਠੀਆਂ ਬਣਾਵਾਂਗੇ, ਉਹਨੇ ਕਦੇ ਨਹੀਂ ਕਿਹਾ ਸੀ ਵੀ ਆਪਾਂ 4 ਕੋਠੀਆਂ ਬਣਾਵਾਂਗੇ। ਕਹਿੰਦਾ ਆਪਾਂ 3 ਕੋਠੀਆਂ ਬਣਾਵਾਂਗੇ। ਜੇ 4 ਕੋਠੀਆਂ ਬਣਾਤੀਆਂ ਤੁਸੀਂ ਤਾਂ ਉਹਦੀ ਅਲੱਗ-ਅਲੱਗ ਹੋ ਜਾਓਗੇ। ਕਹਿੰਦਾ ਆਪਾਂ ਤਾਂ ਜਿੰਨਾ ਚਿਰ ਰਹਾਂਗੇ ਇਕੱਠੇ ਰਹਾਂਗੇ, ਜਿੰਨਾ ਚਿਰ ਮੈਂ ਫੌਜ 'ਚ ਰਹੂੰਗਾ ਆਪਾਂ ਨੂੰ ਇਕੱਠੇ ਰਹਿਣਾ ਪਊਗਾ। ਕਹਿੰਦਾ ਵੀਰੇ ਸਾਡੇ ਡੈਡੀ ਨੂੰ ਅਟੈਕ ਦਾ ਨੁਕਸ ਸੀਗਾ। ਕਹਿੰਦਾ ਫਿਰ ਡੈਡੀ ਨੂੰ ਮਗਰੋਂ ਕੌਣ ਸਾਂਭੂਗਾ, ਤੇ ਤਾਂ ਕਰਕੇ ਬਾਕੀ ਤਾਂ ਵੀਰੇ ਹਜੇ ਸਾਡੇ ਪਰਿਵਾਰ 'ਚ ਕੋਈ ਐਵੇਂ ਦੇ ਆਹੀ ਨਹੀਂ ਸੀ, ਫਰਕ ਹੀ ਨਹੀਂ ਸੀਗਾ। ਤੇ ਕਹਿੰਦਾ ਹੁੰਦੇ ਨੇ ਵੀ ਐਂ ਹੁੰਦਾ ਸੀ ਵੀ ਚੱਲ ਜੇ ਘਰ ਪਾ ਲਏ ਸੀ ਵੀ ਹੁਣ ਵੱਡਾ ਪਰਿਵਾਰ ਹੋ ਗਿਆ ਸੀ। ਕਈ ਵਾਰੀ ਐਂ ਵੀ ਹੁੰਦਾ ਵੀ ਚੱਲ ਨਹੀਂ ਵੀ ਉਹ ਹੁੰਦੀ ਬੱਚਿਆਂ ਦੀ, ਹੁਣ ਗਾਂ ਬੱਚੇ ਵੱਡੇ ਹੋ ਗਏ ਵੀ ਚੱਲ ਨਹੀਂ ਵੀ ਬੱਚਿਆਂ ਦੀ ਸਹਿਮਤੀ ਹੁੰਦੀ, ਤਾਂ ਕਹਿੰਦੇ ਵੀ ਆਪਾਂ ਅੰਦਰ ਬਹਿ ਕੇ ਕੁਛ ਮਰਜ਼ੀ ਕਰ ਲਈਏ, ਵੀ ਦੂਜੇ ਬੰਦੇ ਨੂੰ ਮਹਿਸੂਸ ਨਾ ਹੋਵੇ ਵੀ ਇਹਨਾਂ ਦੇ ਘਰ 'ਚ ਆਹ ਗੱਲ ਹੋ ਗਈ। ਤੇ ਇਹੋ ਜਿਹੀ ਤਰ੍ਹਾਂ ਦਾ ਉਹਦਾ ਸੁਭਾਅ ਸੀ ਵੀਰੇ। ਸਾਰੇ ਪਰਿਵਾਰ ਨੂੰ ਉਹਨੇ ਅਲੱਗ-ਅਲੱਗ ਕਹਿ ਕੇ ਜਾਣਾ ਵੀ ਜੇ ਕੋਈ ਕਦੇ ਵੀ ਕੋਈ ਗੱਲ ਹੋ, ਜਿਵੇਂ ਉਹ ਛੋਟਾ ਸੀ ਸਾਡੇ ਨੂੰ, ਸਾਰਿਆਂ ਨੂੰ ਰਾਏ ਦਿੰਦਾ ਸੀ। ਜੇ ਉਹਦੇ ਵੀਰੇ ਨੇ ਕੋਈ ਵੀ ਚੀਜ਼ ਲਿਆਉਣੀ, ਪਹਿਲਾਂ ਫੋਨ ਕਰਕੇ ਪੁੱਛਣਾ ਵੀ ਗੁਰਵਿੰਦਰ ਆਪਾਂ ਕਿਵੇਂ ਕਰੀਏ। ਹੁਣ ਦੇਖ ਲੈ ਵੀਰੇ, 4-5 ਮਹੀਨੇ ਫੋਨ ਨਹੀਂ ਆਇਆ ਤੇ ਅਸੀਂ 5 ਮਹੀਨੇ ਲੱਕੜ ਨਹੀਂ ਖਰੀਦੀ, ਅਸੀਂ ਜੋੜੀਆਂ ਲਵਾਉਣੀਆਂ ਸੀ। ਤੇ ਕਹਿੰਦਾ ਹੁੰਦੇ ਨੇ ਜਦੋਂ ਉਹਦਾ ਫੋਨ ਆਉਣ ਲੱਗ ਗਿਆ, ਵਧੀਆ ਗੱਲ ਹੋਣ ਲੱਗ ਗਈ, ਫਿਰ ਅਸੀਂ ਲੱਕੜ ਖਰੀਦੀ। ਫਿਰ ਕਹਿਣ ਲੱਗ ਗਿਆ ਸਾਡੇ ਕੋਲ ਕੁਛ ਲੱਕੜ ਡੇਕ ਦੀ ਘਰੋਂ ਪਈ ਸੀ, ਤੇ ਪਹਿਲਾਂ ਤਾਂ ਆਪ ਹੀ ਉਹ ਡੇਕਾ ਪਟਵਾ ਕੇ ਗਿਆ, ਸੁਕਾਉਣ ਵਾਸਤੇ ਅੰਦਰ ਧਰਾ ਕੇ ਗਿਆ, ਚਰਿਆ ਕੇ ਗਿਆ। ਕਹਿੰਦਾ ਆਪੇ ਇਹਦੀਆਂ ਜੋੜੀਆਂ ਬਣਵਾ ਲਾਂਗੇ। ਫਿਰ ਉੱਥੇ ਵੀਰੇ ਜਦੋਂ ਮੁੰਡੇ ਗੱਲਾਂ ਕਰਨ ਲੱਗੇ ਵੀ ਲੱਕੜ ਡੇਕ ਦੀ ਖਰਾਬ ਹੋ ਜਾਂਦੀ ਹੈ, ਹੋ ਜਾਂਦੀ ਹੈ, ਫਿਰ ਕਹਿੰਦਾ ਵੀ ਵੀਰੇ ਆਪਾਂ ਇਹ ਲੱਕੜ ਨਹੀਂ ਲਾਉਂਦੇ, ਆਪਾਂ ਵਧੀਆ ਲੱਕੜ ਲਾਵਾਂਗੇ, ਤੂੰ ਟੈਨਸ਼ਨ ਨਾ ਕਰਿਆ ਕਰ, ਆਪਣੇ ਕੋਲ ਸਾਰਾ ਕੁਝ ਹੈਗਾ। ਵਧੀਆ ਮੈਨੂੰ ਜੋਬ ਮਿਲ ਗਈ। ਹਜੇ ਮੈਂ ਕਿਹਾ, ਮੈਂ ਕਿਹਾ ਵੀ ਗੁਰਵਿੰਦਰ, ਮੈਂ ਕਿਹਾ ਆਪਣਾ ਵੱਡਾ ਪਰਿਵਾਰ ਹੈ ਵੀ ਆਪਾਂ ਨੂੰ ਬਹੁਤ ਵੱਡੀ ਉਹ ਹੈ ਕਬੀਲਦਾਰੀ, ਵੀ ਆਪਾਂ ਨੂੰ ਸਮਝ ਨਾਲ ਖਰਚਾ ਕਰਨਾ ਪਊਗਾ। ਕਹਿੰਦਾ ਕੋਈ ਗੱਲ ਨਹੀਂ, ਕਹਿੰਦਾ ਆਪਾਂ ਸਾਰਾ ਕੁਝ ਸੈੱਟ ਕਰ ਲਾਂਗੇ। ਹੁਣ ਤਾਂ ਵੀਰੇ ਉਹ ਸਾਨੂੰ ਬਹੁਤ ਵੱਡੀਆਂ ਉਮੀਦਾਂ ਦਿਖਾਉਣ ਲੱਗ ਰਿਹਾ ਸੀਗਾ ਵੀ ਪਤਾ ਨਹੀਂ ਥੋੜ੍ਹੇ ਚਿਰ ਦੀ ਖਾਤਰ ਸੀ ਵੀ ਮੈਨੂੰ ਯਾਦ ਕਰਨਗੇ। ਬੱਚਿਆਂ ਨੂੰ ਤਾਂ ਵਾਰ-ਵਾਰ ਕਹਿ ਕੇ ਜਾਣਾ ਵੀ ਤੁਸੀਂ ਵਧੀਆ ਪੜ੍ਹੋ। ਹੁਣ ਜਿੱਦਣ ਦਾ ਐਂ ਹੋਇਆ ਸੀ ਵੀ ਘਰੇ ਮੋਬਾਈਲ 'ਤੇ ਪੜ੍ਹਾਈ ਹੁੰਦੀ ਹੈ, ਸਾਨੂੰ ਸਾਰਿਆਂ ਨੂੰ ਵਾਰ-ਵਾਰ ਪੁੱਛਦਾ ਵੀ ਬੱਚੇ ਵਧੀਆ ਪੜ੍ਹਦੇ ਨੇ, ਇਹਨਾਂ ਨੂੰ ਟਾਈਮ ਦਿਆ ਕਰੋ ਪੜ੍ਹਨ ਵਾਸਤੇ, ਇਹਨਾਂ ਨੂੰ ਘੂਰ ਕੇ ਪੜ੍ਹਾਇਆ ਕਰੋ। ਸਾਰਾ ਦਿਨ ਵੀਰੇ ਐਵੇਂ ਦੀਆਂ ਵਧੀਆ ਗੱਲਾਂ ਕਰਨੀਆਂ ਸੀ। ਉਹਨੇ ਕਦੇ ਵਾਸਤੇ ਐਂ ਨਹੀਂ ਕਰਿਆ ਸੀ। ਉਹਨੇ ਮੈਨੂੰ 15 ਸਾਲ ਹੋ ਗਏ ਇਹਨੂੰ, ਕਦੇ ਉਹਨੇ ਭਾਬੀ ਤਾਂ ਕਿਹਾ ਨਹੀਂ ਸੀ, ਬਾਈ ਕਹਿੰਦਾ। ਆਪਦੇ ਭਾਈ ਦਾ ਤਾਂ ਕਦੇ ਨਾਂ ਨਹੀਂ ਲਿਆ ਸੀਗਾ। ਕਹਿੰਦਾ ਸਾਡੇ ਵਾਲਾ ਕਹਿੰਦਾ ਵੀਰੇ ਉਹ ਚੌੜ 'ਚ। ਤੇ ਹੁਣ ਸਾਰੀ ਉਮਰ ਹੁਣ ਤਾਂ ਅਸੀਂ ਉਹ 'ਤੇ ਗਰਵ ਮਹਿਸੂਸ ਕਰਦੇ ਵੀਰੇ ਵੀ ਉਹਨੇ ਐਡੀ ਕੁਰਬਾਨੀ ਕਰੀ ਹੈ, ਪਰ ਜਿਹੜੀ ਅੱਜ ਸਾਨੂੰ ਉਹਦੀ ਘਾਟ ਪੈ ਗਈ ਉਹ ਕਦੇ ਜ਼ਿੰਦਗੀ 'ਚ ਪੂਰੀ ਨਹੀਂ ਹੁੰਦੀ ਹੈ। ਪਰ ਜਦੋਂ ਤੁਸੀਂ ਕਹਿੰਦੇ ਸੀ ਫੋਨ ਨਹੀਂ ਆਇਆ, ਅਸੀਂ ਲੱਕੜ ਨਹੀਂ ਖਰੀਦੀ, ਮਨ 'ਚ ਡਰ ਪੈਦਾ ਹੋ ਗਿਆ ਸੀ? ਉਦੋਂ ਵੀਰੇ ਡਰ ਪੈਦਾ ਹੋ ਗਿਆ ਸੀ। ਉੱਪਰ ਬਰਫ਼ 'ਚ ਕਈ ਮੁੰਡੇ ਸ਼ਹੀਦ ਹੋ ਗਏ ਸੀ ਜਦੋਂ ਉੱਪਰ ਗਿਆ ਸੀਗਾ। ਉਹਨੇ ਆਪਦੇ ਭਰਾ ਨੂੰ ਫੋਟੋਆਂ ਪਾਤੀਆਂ, ਫੋਟੋਆਂ ਪਾ ਕੇ ਉਹਦਾ ਭਰਾ 15-16 ਦਿਨ ਉਹਨੇ ਸਾਨੂੰ ਕਿਸੇ ਨੂੰ ਪਰਿਵਾਰ ਨੂੰ ਐ ਨਹੀਂ ਦੱਸਿਆ ਵੀ ਕੀ ਗੱਲ ਹੋ ਗਈ। ਉਹ ਇਕੱਲੇ ਹੀ ਪਿਆ ਚਿੰਤਾ ਕਰੀ ਜਾਇਆ ਕਰੇ। ਮੈਂ ਮੰਮਾ ਨੂੰ ਕਿਹਾ, ਮੰਮਾ ਮੈਂ ਕਿਹਾ ਵੀ ਗੁਰਪ੍ਰੀਤ ਨੂੰ ਕੀ ਹੋ ਗਿਆ, ਵੀ ਐਂ ਝਾਕੀ ਜਾਂਦੇ ਰਹਿੰਦੇ ਨੇ ਵੀ ਕਾਹਦਾ ਫਿਕਰ ਕਰਦੇ ਨੇ। ਜਿੱਦਣ ਇੱਕ ਦਿਨ ਉਹਨੂੰ ਪਰਿਵਾਰ 'ਚ ਬਿਠਾ ਕੇ ਪੁੱਛਿਆ ਵੀਰੇ, ਫਿਰ ਉਹਨੇ ਸਾਨੂੰ ਦੱਸਿਆ, ਕਹਿੰਦਾ ਐਂ ਕਰਕੇ ਵੀ ਐਂ ਬਣ ਗਈ ਉੱਥੇ। ਵੀਰੇ ਉਹਨੂੰ ਉਸ ਦਿਨ ਡਰ ਪੈਦਾ ਹੋ ਗਿਆ ਸੀ, ਕਹਿੰਦਾ ਵੀ ਮੇਰਾ ਭਾਈ ਉੱਥੋਂ ਸਹੀ ਸਲਾਮਤ ਆ ਜਾਊਗਾ। ਉਹਨੂੰ ਇਹ ਗੱਲ ਦੀ ਉਹ ਹੋ ਗਈ ਸੀ ਮਨ 'ਚ ਵੀ ਮੇਰਾ ਭਰਾ ਵੀ ਉੱਥੇ ਇੰਨੀ ਬਰਫ਼ ਹੈ ਵੀ ਆਪਾਂ ਨੂੰ ਦੱਸਦਾ ਨਹੀਂ, ਵੀ ਗੱਲ ਨਹੀਂ ਹੁੰਦੀ, ਵੀ ਸਹੀ ਸਲਾਮਤ ਆ ਜਾਊਗਾ। ਤੇ ਕਹਿੰਦਾ ਹੁੰਦਾ ਅਸੀਂ ਵੀਰੇ ਉਹਨੂੰ ਸਮਝਾਇਆ, ਐਂ ਕਿਹੜਾ ਪਤਾ ਸੀ। ਅਸੀਂ ਉਹਨੂੰ ਕਹਿਣ ਲੱਗੇ ਬੁਰੇ ਕਿਹੜਾ ਅਟੈਕ ਹੋ ਜਾਂਦਾ, ਦੁਨੀਆ ਦਾ ਐਂ ਹੋ ਜਾਂਦਾ ਵੀ ਐਂ ਥੋੜ੍ਹੀ ਹੁੰਦਾ, ਸਾਰੇ ਵੀ ਉੱਥੇ ਦੁਨੀਆ
ਪਹਿਲਾਂ ਸਾਡੇ ਮਾਮਾ ਜੀ ਦਾ ਮੁੰਡਾ ਉੱਥੇ 2 ਸਾਲ ਲਾ ਕੇ ਆਇਆ ਸੀ, ਵੀ ਉੱਥੋਂ ਸਹੀ ਸਲਾਮਤੀ ਆਏਗਾ, ਵੀ ਆਪਣੇ ਗੁਰਵਿੰਦਰ ਨੂੰ ਕੀ ਹੋਣ ਲੱਗਿਆ, ਵੀ ਉਹ ਉੱਥੋਂ ਸਹੀ ਸਲਾਮਤ ਆਊਗਾ। ਪਰ ਸਾਨੂੰ ਉਦੋਂ ਇਹ ਗੱਲ ਦਾ ਕੋਈ ਪਤਾ ਨਹੀਂ ਸੀ। ਫਿਰ ਜਦੋਂ ਨੀਚੇ ਆ ਗਏ ਬਈ ਸਾਨੂੰ ਸਾਰੇ ਟੱਬਰ ਨੂੰ ਇੰਨਾ ਚਾਅ ਚੜਿਆ, ਅਸੀਂ ਗੁਰੂ ਘਰ ਅਰਦਾਸ ਵੀ ਕਰਾ ਕੇ ਆਏ ਵੀ ਚੱਲ ਸਾਡਾ ਸਹੀ ਸਲਾਮਤ ਆ ਗਿਆ। ਹੁਣ ਤਾਂ ਵੀਰੇ ਅਸੀਂ ਜਮਾਂ ਨਿਸ਼ਚਿਤ ਹੋ ਗਏ ਸੀ, ਸਾਨੂੰ ਇਹ ਗੱਲ ਦਾ ਪੂਰਾ ਵੀ ਐ ਨਹੀਂ ਸੀਗਾ ਵੀ ਸਾਡੇ ਘਰ ਨੀਚੇ ਆ ਕੇ ਜਨੀ ਫੋਨ ਕੀਤਾ ਫਿਰ ਖੁਸ਼ੀ ਹੋਈ? ਫੋਨ ਕੀਤਾ ਵੀਰੇ, ਹਾਂ ਬਹੁਤ ਖੁਸ਼ੀ ਹੋਈ। ਸੌਂਕਾ ਆਪ ਸਾਡੀ ਟੈਨਸ਼ਨ ਕਰੇ, ਕਹਿੰਦਾ ਪੰਜਾਬ 'ਚ ਇਹੀ ਜਿਹੀ ਬਿਮਾਰੀ ਹੋ ਰਹੀ ਹੈ ਵੀ ਤੁਸੀਂ ਠੀਕ ਠਾਕ ਹੋਗੇ। ਅਸੀਂ ਆਖਿਆ ਵੀ ਤੂੰ ਤਾਂ ਇਕੱਲਾ ਹੈ, ਚੀਨ ਦੇ ਬਾਰਡਰ ਤੇ ਹੈ, ਵੀ ਤੇਰੇ ਕੋਲ ਤਾਂ ਬਿਮਾਰੀ ਦਾ ਖਤਰਾ, ਸਾਡੇ ਕੋਲ ਕੀ ਖਤਰਾ ਹੈ? ਕਹਿੰਦਾ ਮੇਰੇ ਤਾਂ ਡੇਲੀ ਟੈਸਟ ਹੁੰਦੇ ਨੇ, ਤੁਹਾਡੇ ਕੋਲ ਕੀ ਹੈ? ਕਹਿੰਦਾ ਤੁਹਾਡੇ ਕੋਲ ਕੋਈ ਸਹੂਲਤ ਨਹੀਂ ਹੈਗੀ, ਕਹਿੰਦਾ ਮੇਰੇ ਕੋਲ ਤਾਂ ਸਾਰੀਆਂ ਸਹੂਲਤਾਂ ਨੇ, ਮੇਰੀ ਨਾ ਤੁਸੀਂ ਟੈਨਸ਼ਨ ਕਰੋ। ਸਾਨੂੰ ਤਾਂ ਵੀਰੇ ਬਸ ਉਹੀ ਕਹਿੰਦਾ ਵੀ ਇੱਥੇ ਤਾਂ ਥੋੜ੍ਹਾ ਜਿਹਾ ਬਰਫ਼ ਦਾ ਹੀ ਖਤਰਾ ਹੈ, ਹੋਰ ਤਾਂ ਇੱਥੇ ਨਾ ਕੋਈ ਲੜਾਈ ਹੈ ਨਾ ਕੋਈ ਖਤਰਾ ਹੈ, ਕੁਛ ਨਹੀਂ ਹੈਗਾ। ਸਾਰੇ ਟੱਬਰ ਨੂੰ ਇਹੀ ਤਲਾਸਾ ਦਿੰਦਾ, ਜਦੋਂ ਵੀ ਫੋਨ ਲਾਉਂਦਾ ਡੈਡੀ ਹੋਰਾਂ ਨਾਲ ਵੀ ਕਰਦਾ, ਕਹਿੰਦਾ ਮੈਂ ਤਾਂ ਓਕੇ ਹਾਂ, ਤੁਸੀਂ ਬਸ ਆਪਦੀ ਟੈਨਸ਼ਨ ਕਰੋ। ਤਾਂ ਜਦੋਂ ਲਾਸਟ ਟਾਈਮ ਗੱਲ ਹੁੰਦੀ ਸੀ ਛੁੱਟੀ ਬਾਰੇ ਤੁਸੀਂ ਕਹਿੰਦੇ ਸੀ, ਕੀ ਕਹਿੰਦਾ ਸੀ ਗੁਰਿੰਦਰ ਜੀ? ਕਹਿੰਦਾ ਸੀਗਾ ਵੀਰੇ ਵੀ ਇੱਥੇ ਬਹੁਤ ਟਾਈਮ ਦੇ ਮੁੰਡੇ ਬੈਠੇ, 1.5 ਸਾਲ ਦੇ, ਵੀ ਜਦੋਂ ਵੀ ਮੈਨੂੰ ਛੁੱਟੀ ਮਿਲੀ 2 ਮਹੀਨੇ ਤੱਕ ਮੈਂ ਛੁੱਟੀ ਜ਼ਰੂਰ ਲਵਾਂਗਾ। ਕਹਿੰਦਾ ਵੀਰੇ ਆਪਦੇ ਵੀਰੇ ਨੂੰ ਵੀ ਉਹਨਾਂ ਚਿਰ ਜੋੜੀਆਂ ਨਾ ਲਵਾਈ, ਜਦੋਂ ਮੈਂ ਆ ਗਿਆ ਆਪਾਂ ਆਪਦੇ ਪਸੰਦ ਨਾਲ ਸਾਰਾ ਕੁਝ ਕਰਾਵਾਂਗੇ। ਬੈੱਡਾਂ ਕਹਿੰਦਾ ਆਪਾਂ ਬੈੱਡ ਕਰਾਵਾਂਗੇ, ਕਮਰਾ 'ਚ ਐਂ ਕਰਾਵਾਂਗੇ। ਸੁਪਨੇ ਹੀ ਰਹਿ ਗਏ ਵੀਰੇ, ਉਹਨੇ ਤਾਂ ਆ ਕੇ ਕਦੋਂ ਪੈਣਾ। ਸੁਪਨੇ ਰਹਿ ਗਏ ਜੀ, ਬਿਲਕੁਲ ਸੁਪਨੇ ਬਹੁਤ ਵੱਡੇ ਬੁਣੇ ਸੀ, ਪਰ ਪਤਾ ਨਹੀਂ ਸੀ ਵੀ ਸੁਪਨੇ ਰਾਖ ਬਣ ਜਾਣੇ ਆ। ਵੀਰੇ ਐ ਸੀਗਾ ਵੀ ਐਡੇ ਪਰਿਵਾਰ 'ਚੋਂ ਇੱਕ ਬੰਦਾ ਅਫਸਰ ਹੋਇਆਗਾ, ਸੁਪਨਾ ਤਾਂ ਹੁੰਦਾ ਹੀ ਹੈਗਾ। ਬਾਕੀ ਸਾਰਾ ਪਰਿਵਾਰ ਖੇਤੀ ਕਰਦਾ ਸੀਗਾ, ਪੈਲੀ ਥੋੜ੍ਹੀ ਸੀਗੀ, ਤੇ ਸਾਰੀ ਕਾਰੋਬਾਰ ਵਾਲਾ ਪਰਿਵਾਰ ਸੀ, ਕੰਮ ਕਰਦੇ ਸੀ ਸਾਰਾ ਟੱਬਰ। ਅਸੀਂ ਵੀ ਵੀਰੇ ਕਦੇ ਕੰਮ ਦਾ ਹੀ ਨਹੀਂ ਕਰਿਆ ਸੀ ਵੀ ਕੰਮ ਵਾਸਤੇ ਕਦੇ ਉਹ ਕਰਨਾ ਹੈਗਾ। ਆ ਘਰ ਪਾਇਆ ਸੀਗਾ, ਆਪ ਹੀ ਕੰਮ ਕਰੀ ਜਾਂਦੇ, ਇੰਨਾ ਦਿਹਾੜੀ ਨਹੀਂ ਪਾਈ ਸੀ ਅਸੀਂ ਕਹਿੰਦੇ ਵੀ ਉਹ ਪਰਦੇਸਾਂ 'ਚ ਬੈਠਾ ਹੈ, ਕੰਮ ਕਰਦਾ ਹੈ, ਵੀ ਆਪਾਂ ਵੀ ਕੰਮ ਕਰੋ, ਉਹ ਵੀ ਆਪਣੇ ਵਾਸਤੇ ਹੈਗਾ, ਵੀ ਆਪਣੇ ਵਾਸਤੇ ਕੰਮ ਕਰਦਾ। ਸਾਰੇ ਟੱਬਰ ਦੀ ਇੱਕੋ ਹੀ ਸੋਚ ਸੀ ਵੀਰੇ, ਕੋਈ ਪਰਿਵਾਰ 'ਚੋਂ ਸਾਡੇ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਸੀ, ਤਾਂ ਹੀ ਐਡਾ ਪਰਿਵਾਰ ਇਕੱਠਾ ਰਹਿ ਰਿਹਾ ਸੀ। ਸਾਰਾ ਪਰਿਵਾਰ ਇੱਕ ਬਹਿ ਕੇ ਚੁੱਲ੍ਹੇ 'ਤੇ ਰੋਟੀ ਖਾਣ ਵਾਲਾ ਸੀਗਾ। ਜਿਹੜੀ ਮਾਲਕ ਨੇ ਸਾਡੇ ਇਹ ਘਾਟ ਪਾਤੀ ਵੀਰੇ, ਬਿਲਕੁਲ ਘਾਟ ਕਦੇ ਨਹੀਂ ਪੂਰੀ ਹੋ ਸਕਦੀ, ਪਰ ਗੁਰਵਿੰਦਰ ਤੇ ਮਾਣ ਵੀ ਆ, ਉਹਦੀ ਬਹੁਤ ਵੱਡੀ ਸ਼ਹੀਦੀ ਆ, ਕੁਰਬਾਨੀ ਆ, ਉਹ 'ਤੇ ਫਖਰ ਰਹੂਗਾ ਸਦਾ। ਜਿੰਨੇ ਪੰਜਾਬੀ ਆ, ਜਿੰਨੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਆ, ਜਿੰਨੇ ਫੌਜ ਦੇ ਜਵਾਨਾਂ ਨੂੰ ਪਿਆਰ ਕਰਨ ਵਾਲੇ, ਉਹ ਸਦਾ ਸਜਦਾ ਕਰਨਗੇ, ਉਹਨੂੰ ਸਲਾਮ ਕਰਨਗੇ। ਤੁਸੀਂ ਕੀ ਗੁਰਵਿੰਦਰ ਦੀ ਇਸ ਤਰ੍ਹਾਂ ਦੀ ਕੋਈ ਯਾਦਗਾਰ ਬਣਾਉਣਾ ਚਾਹੁੰਦੇ ਹੋ, ਜੇ ਸਰਕਾਰ ਨੂੰ ਕਹਿਣਾ ਚਾਹੁੰਦੇ ਹੋ ਕਿ ਗੁਰਵਿੰਦਰ ਦੀ ਯਾਦ ਹਮੇਸ਼ਾ ਤਾਜ਼ੀ ਰਹੇ? ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਸਰਕਾਰਾਂ ਨੂੰ ਵੀਰੇ ਵੀ ਜਿਹੜੇ ਵਾਅਦੇ ਕਰੇ ਨੇ ਪੂਰੇ ਹੋਣ। ਗੁਰਵਿੰਦਰ ਦੀ ਯਾਦ ਇਹੀ ਜਿਹੀ ਬਣੇ, ਸਾਰੀ ਦੁਨੀਆ ਯਾਦ ਕਰੇ। ਜਦੋਂ ਅਸੀਂ ਕਿਤੇ ਬਾਹਰ ਜਾਇਆ ਕਰੀਏ, ਜ਼ਿਲ੍ਹੇ 'ਚ ਲਾ ਲੈ, ਕਿਤੇ ਲਾ ਲੈ, ਸਾਨੂੰ ਪਤਾ ਲੱਗਿਆ ਕਰੇ ਵੀ ਹਾਂ ਸਾਡੇ ਗੁਰਵਿੰਦਰ ਨੇ ਸ਼ਹੀਦੀ ਪਾਈ ਹੈ, ਉਹਨੂੰ ਦੁਨੀਆ ਯਾਦ ਕਰਦੀ। ਅਸੀਂ ਇਹੀ ਜਿਹੀ ਯਾਦਗਾਰ ਬਣਾਉਣੀ ਚਾਹੁੰਦੇ ਹਾਂ, ਉਹਦੀ ਵੀ ਸਰਕਾਰ ਇਹੀ ਜਿਹੀ ਯਾਦਗਾਰ ਬਣਾਵੇ ਵੀ ਜਦੋਂ ਅਸੀਂ ਕਿਤੇ ਬਾਹਰ ਜਾਇਆ ਕਰੀਏ ਵੀ ਦੁਨੀਆ ਸਾਨੂੰ ਦੱਸਿਆ ਕਰੇ, ਪਤਾ ਲੱਗਿਆ ਕਰੇ ਸਾਨੂੰ ਵੀ ਹਾਂ ਗੁਰਵਿੰਦਰ ਦਾ ਪਰਿਵਾਰ ਆਇਆ। ਕਿਸ ਤਰ੍ਹਾਂ ਦੀ ਯਾਦਗਾਰ ਬਣਾਉਣਾ ਚਾਹੁੰਦੇ? ਅਸੀਂ ਵੀਰੇ ਉਹਦੇ ਨਾਂ 'ਤੇ ਸਟੇਡੀਅਮ ਰੱਖਿਆ ਹੈਗਾ, ਪਿੰਡ 'ਚ ਲਾਇਬ੍ਰੇਰੀ ਰੱਖੀ ਹੈਗੀ, ਤੇ ਬਾਕੀ ਇੱਥੇ ਆਪਣੇ ਉਹਦਾ ਬੁੱਤ ਬਣਾਉਣਾ ਖੇਤ 'ਚ ਵੀਰੇ। ਅਸੀਂ ਸਦਾ ਯਾਦ ਰੱਖਿਆ ਕਰਾਂਗੇ ਵੀ ਸਾਡੇ ਪਰਿਵਾਰ ਦਾ ਮੈਂਬਰ ਸੀ, ਉਹਦੇ ਭਤੀਜੇ ਭਤੀਜੀਆਂ ਸਾਰਾ ਪਰਿਵਾਰ ਉਹਨੂੰ ਦੇਖਿਆ ਕਰੂਗਾ। ਸਰਕਾਰ ਵੱਲੋਂ ਹਾਂ ਕਰ ਦਿੱਤੀ ਹੈ ਵੀ ਉਹਦੀ ਯਾਦ ਨੂੰ ਜਿਹੜਾ ਸਮਰਪਿਤ ਆ ਕੁਛ ਕਰ ਦਿੱਤਾ ਜਾਊਗਾ? ਹਾਂ ਬਈ ਕਿਹਾ ਤਾਂ ਹੈਗਾ, ਸਕੂਲ ਦਾ ਵੀ ਨਾਂ ਉਹਦੇ ਨਾਂ 'ਤੇ ਉਹ ਕਰਤਾ ਵੀ। ਅਸਲ ਵੀਰੇ ਉਹੀ ਗੱਲ ਹੈਗੀ ਵੀ ਬਣੇ ਤੋਂ ਪਤਾ ਲੱਗਦਾ ਚੀਜ਼ਾਂ ਵੀ ਬਣ ਗਈਆਂ। ਅੱਜ ਤਾਂ ਹੁਣ ਬਹੁਤ ਕੁਛ ਵਾਅਦੇ ਕੀਤੇ ਜਾਂਦੇ ਨੇ, ਅਸੀਂ ਇਹ ਕਹਿੰਦੇ ਵੀ ਕਿਤੇ ਵਾਅਦਾ ਹੀ ਨਾ ਬਣ ਕੇ ਰਹਿ ਜੇ, ਵੀ ਜਿਵੇਂ ਸਾਡੇ ਗੁਰਵਿੰਦਰ ਨੇ ਸ਼ਹੀਦੀ ਦਿੱਤੀ ਹੈ ਵੀ ਕੁੱਲ ਚੀਜ਼ ਸਾਡੇ ਸਾਹਮਣੇ ਹੋਣੀ ਚਾਹੀਦੀ ਹੈ। ਜਿਹੜਾ ਬੰਦਾ ਕੇਰਾਂ ਵਗ ਗਿਆ ਉਹ ਤਾਂ ਹਾਜ਼ਰ ਹੁੰਦਾ ਨਹੀਂ, ਉਹ ਤਾਂ ਕਿਸੇ ਕੋਈ ਉਹਦੀ ਕੀਮਤ ਹੀ ਨਹੀਂ ਹੈਗੀ। ਜਿੱਦਣ ਅਸੀਂ ਤੋਰਿਆ ਸੀਗਾ ਕਿਹਾ ਜਿਹਾ ਤੋਰਿਆ ਸੀ, ਜੇ ਹੁਣ ਦੇਖਦੇ ਵੀ ਉਹ ਕਿਹਾ ਜਿਹਾ ਸੀ। ਸਾਨੂੰ ਵੀ ਪਤਾ ਹੈਗਾ ਸਾਡੇ ਅੰਦਰ ਬਹੁਤ ਵੀ ਮੰਨ ਲਓ ਉਹ ਹੁੰਦਾ ਹੈਗਾ, ਜਿੱਦਣ ਆਪਾਂ ਭਰਤੀ ਕਰਦਾ ਅੱਧਾ ਇੰਚ ਵੀ ਘੱਟ ਨਹੀਂ ਲੈਤਾ ਜਾਂਦਾ ਵੀਰੇ। ਜਿੱਦਣ ਆਉਂਦਾ ਹੈਗਾ ਉਹਦੇ ਐਂ ਪਤਾ ਨਹੀਂ ਵੀ ਅੱਧਾ ਇੰਚ ਵੀ ਨਾ ਆਵੇ, ਐਵੇਂ ਦਾ ਹੁੰਦਾ। ਸਰਕਾਰ ਨੂੰ ਵੀ ਇਹੋ ਜਿਹੇ ਸਹੂਲਤਾਂ ਬਣਾਉਣੀਆਂ ਚਾਹੀਦੀਆਂ ਨੇ ਵੀ ਹੁਣ ਨਵੇਂ ਨੌਜਵਾਨਾਂ ਦੀ ਵੀਰੇ ਛੋਟੇ ਛੋਟਿਆਂ ਦੀ ਉੱਥੇ ਡਿਊਟੀ ਲਾਉਂਦੇ ਨੇ, ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਕੀ ਪਤਾ ਹੁੰਦਾ ਵੀ ਉੱਥੇ ਕੀ ਚੀਜ਼ ਹੈ ਕੀ ਨਾ ਹੈ। ਹੁਣ ਉਹ ਸਾਰਾ ਕੁੱਲ 2 ਸਾਲ ਉਹਨੂੰ ਭਰਤੀ ਹੋਏ ਤੀ, ਉਹਨਾਂ ਨੂੰ ਬਰਫਾਂ ਬਾਰੇ ਵੀਰੇ ਕੀ ਪਤਾ ਸੀ ਅਜੇ ਵੀ ਬਰਫਾਂ 'ਚ ਕਿਵੇਂ ਲੜਾਈ ਹੈ, ਕਿ ਉਹਨਾਂ ਨੂੰ ਪਹਿਲਾਂ ਪ੍ਰੇਰਿਤ ਕਰਿਆ ਜਾਵੇ। ਉਹਨਾਂ ਦੇ ਕਿਉਂ ਹੱਥ ਬੰਨੇ, ਜੇ ਉਹਨਾਂ ਦੇ ਹੱਥ ਬੰਨੇ ਤਾਂ ਉਹਨਾਂ ਨੇ ਵੀਰੇ ਐਵੇਂ ਦੀਆਂ ਮੌਤਾਂ ਹੋਈਆਂ। ਹੁਣ ਸਾਨੂੰ ਕੋਈ ਆ ਕੇ ਕਹਿੰਦਾ ਵੀ ਕਿੱਲ ਗੱਡੇ ਹੋਏ ਸੀ ਉਹਨਾਂ 'ਚ, ਕੋਈ ਕਹਿੰਦਾ ਵੀ ਪੱਤੀਆਂ ਪਾਲੀਆਂ ਹੋਈਆਂ ਸੀ, ਜਾਂ ਉਹਨੂੰ ਪਤਾ ਹੈ ਜਾਂ ਰੱਬ ਨੂੰ ਪਤਾ ਹੈ, ਸਾਨੂੰ ਤਾਂ ਕੁਝ ਨਹੀਂ ਪਤਾ ਵੀ ਉਹਦੇ ਨਾਲ ਕੀ ਬੀਤੀ ਹੈ।
ਤੇ ਇਸ ਗੱਲ ਨੂੰ ਅਸੀਂ ਕਹਿੰਦੇ ਕਿ ਵੀ ਸਰਕਾਰ ਜਿਹੜੇ ਹੋਰ ਬੱਚੇ ਨੇ ਉਹ ਵੀ ਮਾਵਾਂ ਦੇ ਪੁੱਤ ਨੇ, ਵੀ ਉਹਨਾਂ ਨੂੰ ਇਹੋ ਜਿਹੀ ਮੌਤ ਨਾ ਦਿੱਤੀ ਜਾਵੇ ਵੀ ਉਹ ਕਿੱਲ ਪੱਤੀਆਂ ਨਾਲ ਮਰਨ। ਉਹ ਦੇਸ਼ ਵਾਸਤੇ ਯਾਦ ਹੁੰਦੇ ਨੇ, ਉਹਨਾਂ ਨੂੰ ਫਿਰ ਉਹਨਾਂ ਦੇ ਕਿਉਂ ਹੱਥ ਬਣਦੇ ਨੇ? ਉਹ ਰਾਫਲਾਂ ਨਾਲ ਲੜਨ, ਉਹਨਾਂ ਵਾਸਤੇ ਉਹਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਉਹ ਆਪਦੀ ਬਚਤ ਵੀ ਕਰਦੇ ਜੇ ਉਹਨਾਂ ਦੇ ਹੱਥਾਂ 'ਚ ਕੁਛ ਹੁੰਦਾ, ਜੇ ਉਹਨਾਂ ਦੇ ਹੱਥ ਬੰਨੇ ਹੋਏ ਸੀ। ਉਹਨਾਂ ਕੋਲੇ ਸਾਰਾ ਕੁਛ ਸੀ, ਇਹਨਾਂ ਕੋਲੇ ਕੁਛ ਨਹੀਂ ਸੀ। ਹੁਣ ਵੀਰੇ ਤੁਸੀਂ ਵੀ ਟੀਵੀਆਂ ਤੇ ਦੇਖ ਰਹੇ ਹੋ, ਅਸੀਂ ਵੀ ਟੀਵੀਆਂ ਤੇ ਦੇਖ ਰਹੇ ਹਾਂ। ਅਸੀਂ ਤਾਂ ਟੀਵੀ ਵੀ ਨਹੀਂ ਦੇਖਿਆ 15 ਦਿਨ ਹੋ ਗਏ ਸਾਨੂੰ ਤਾਂ। ਜਿਹੜਾ ਕੋਈ ਭੈਣ ਭਾਈ ਆਉਂਦਾ, ਕਦੇ ਕੋਈ ਕਹਿੰਦਾ ਵੀ ਉਹਨਾਂ ਦੇ ਪੱਥਰ ਵੱਜੇ, ਕੋਈ ਕਹਿੰਦਾ ਵੀ ਉਹਨਾਂ ਕੋਲੇ ਕਿੱਲ ਗੱਡੇ ਹੋਏ ਸੀਗੇ ਉਹਨਾਂ 'ਚ ਸੋਟੀਆਂ 'ਚ, ਕੋਈ ਕਹਿੰਦਾ ਵੀ ਤਾਰਾਂ ਲਵੇਟੀਆਂ ਹੋਈਆਂ ਸੀ। ਸਾਡੇ ਤਾਂ ਵੀ ਉਦੋਂ ਵੀ ਵੱਡੇ ਜ਼ਖਮ ਉਹ ਹੁੰਦੇ ਨੇ ਜਦੋਂ ਅਸੀਂ ਸੁਣਦੇ ਆਂਗੇ। ਇੱਕ ਭੈਣ ਦਾ, ਇੱਕ ਉਹਦਾ ਭਾਈ ਦਾ ਅੱਜ ਦਾ ਮੋਢਾ ਟੁੱਟਿਆ ਵੀਰੇ, ਕਦੇ ਜੁੜਦਾ ਨਹੀਂ ਹੈਗਾ। ਜਿਹੜੇ ਭਰਾ ਹੁੰਦੇ ਨੇ, ਭਰਾਵਾਂ ਦੀਆਂ ਬਾਹਾਂ ਹੁੰਦੇ ਨੇ। ਸਾਰਾ ਕੁਝ ਪੈਸਾ ਕੀ ਚੀਜ਼ ਹੈ? ਪੈਸਾ ਤਾਂ ਬਣ ਜਾਂਦਾ। ਕੋਈ ਭਰਾ ਬਰੋਬਰ ਬਣਾ ਕੇ ਦੇਖੋ ਵੀ ਭਰਾ। ਅੱਜ ਸਾਡੇ ਵੀ 2 ਘਰਾਂ ਤੋਂ 1 ਘਰ ਬਣ ਗਿਆ। ਸਾਡੇ ਮਾਪਿਓ ਦੇ ਕਿੱਡੇ ਰਵਾਨ ਸੀ ਵੀ 2 ਪੁੱਤ ਜੰਮੇ ਸੀ, ਜਿਹਦੇ ਕਿੱਡਾ ਫਖਰ ਹੁੰਦਾ ਆਪਾਂ ਨੂੰ ਵੀ ਮੇਰੇ 2 ਪੁੱਤ ਨੇ, ਮੇਰੀਆਂ 2 ਬਾਹਾਂ ਨੇਗੀਆਂ। ਜਿਹਦੀ 1 ਬਾਂਹ ਲੈ ਜੇ ਬਈ ਉਹ ਉਸੇ ਨੂੰ ਪਤਾ ਹੁੰਦਾ ਜਾਂ ਰੱਬ ਨੂੰ ਪਤਾ ਹੁੰਦਾ। ਬਹੁਤ ਔਖਾ ਜੀ। ਪਰ ਗੱਲ ਕਰੀਏ ਛੋਟੇ ਛੋਟੇ ਬੱਚਿਆਂ ਦੀ, ਜਿਵੇਂ ਤੁਸੀਂ ਗੱਲ ਕਰਦੇ ਹੋ, ਛੋਟੇ ਛੋਟੇ ਬੱਚਿਆਂ ਨੂੰ ਭਰਤੀ ਕਰ ਲਿਆ ਜਾਂਦਾ, ਉਹਨਾਂ ਨੂੰ ਬਰਫਾਂ ਬਾਰੇ ਨਹੀਂ ਪਤਾ, ਉਹਨਾਂ ਨੂੰ ਲੜਨ ਬਾਰੇ ਨਹੀਂ ਪਤਾ। ਪਰ ਆਪਾਂ ਛੋਟੇ ਤੇ ਦਰਮਿਆਨੇ ਪਰਿਵਾਰ ਆ ਜਿਹੜੇ ਆਮ ਤੌਰ ਤੇ ਇਹ ਛੋਟੇ ਬੱਚਿਆਂ ਨੂੰ ਭਰਤੀ ਕਰਵਾਉਂਦੇ ਕਿਉਂ? ਫਿਰ ਨਾਲੇ ਡਰ ਹੁੰਦਾ, ਉੱਥੇ ਪਤਾ ਹੁੰਦਾ ਸਾਰਾ ਕਿ ਉੱਥੇ ਕਿਸੇ ਵੇਲੇ ਵੀ ਹੈਕ 'ਚ ਗੋਲੀ ਵੱਜ ਸਕਦੀ ਹੈ। ਗਰੀਬੀ ਦੇ ਕਾਰਨ, ਜਿਹੜੀ ਗਰੀਬੀ ਹੁੰਦੀ ਹੈ, ਆਪਣੇ ਉਰੇ ਕੋਈ ਜੌਬ ਨਹੀਂ ਮਿਲਦੀ ਬੱਚਿਆਂ ਨੂੰ। ਤੇ ਕਹਿੰਦੇ ਹੁੰਦੇ ਨੇ ਵੱਡੇ ਲੋਕ ਜੌਬਾਂ ਖਰੀਦ ਲੈਂਦੇ ਨੇ, ਜਿਨ੍ਹਾਂ ਦੀ ਅਫਸਰਾਂ ਨਾਲ ਬੈਠ ਉੱਠਾ ਉਹ ਜੌਬ ਉਹਨਾਂ ਨੂੰ ਜੌਬ ਮਿਲਦੀ ਹੈ। ਆਪਣੇ ਆਮ ਪਰਿਵਾਰ ਨੂੰ ਕੋਈ ਜੌਬ ਨਹੀਂ ਮਿਲਦੀ। ਇੱਕ ਫੌਜ ਦੀ ਜੌਬ ਹੈ, ਉਹਦੇ ਵਾਸਤੇ ਵੀ ਬਹੁਤ ਉਹ ਕਰਨਾ ਪੈਂਦਾ ਹੈਗਾ। ਕਹਿੰਦੇ ਹੁੰਦੇ ਨੇ ਵੀ ਜ਼ੁਲਮ ਸਹਿਣੇ ਪੈਂਦੇ ਨੇਗੇ ਵੀ ਫੇਰ ਕਿਤੇ ਜਾ ਕੇ ਉਹ ਜੌਬ ਮਿਲਦੀ ਹੈ। ਹੁਣ ਜਿੱਦੇ ਭਰਤੀ ਹੁੰਦੇ ਨੇ 3-3 ਦਿਨ ਭੁੱਖੇ ਬੈਠੇ ਰਹਿੰਦੇ ਨੇ ਭਰਤੀ ਹੋਣ ਵਾਸਤੇ। ਕਿੰਨਾ ਦਿਨ ਪਹਿਲਾਂ ਜਾ ਕੇ ਪਟਿਆਲੇ 2 ਭਰਤੀਆਂ ਤੇ ਪਹਿਲਾਂ ਹੋ ਗਿਆ ਸੀ, ਰਹਿ ਗਿਆ ਸੀ ਲਾਸਟ ਭਰਤੀ ਤੇ ਭਰਤੀ ਹੋਇਆ ਸੀਗਾ। ਤੇ ਕਹਿੰਦੇ ਹੁੰਦੇ ਨੇ 2-2 ਦਿਨ ਪਹਿਲਾਂ ਪਟਿਆਲੇ ਜਾ ਕੇ ਬਹਿ ਜਾਂਦਾ, ਆ ਕੇ ਕਹਿੰਦਾ ਏਡੇ ਲੱਤਾਂ ਲੀਲੀਆਂ ਹੋ ਜਾਂਦੀਆਂ ਭੱਜ ਕੇ, ਜੇ ਅੱਧਾ ਇੰਚ ਭਾਜ ਮਗਰ ਰਹਿ ਜਾਂਦਾ, ਆ ਕੇ 2-2 ਦਿਨ ਮੱਜੇ 'ਚ ਨੂੰ। ਉਹਦਾ ਜਨੂਨ ਤੀ ਵੀਰੇ, ਕੋਈ ਅਸੀਂ ਉਹਨੂੰ ਇੰਨਾ ਵੀ ਨਹੀਂ ਸੀਗਾ ਵੀ ਕੋਈ ਮਜਬੂਰੀ ਨਾਲ ਹੀ ਜ਼ਿਆਦਾ ਭਰਤੀ ਕਰਾਇਆ ਸੀ। ਉਹਦੇ ਅੰਦਰ ਜਲੂਨ ਸੀ, ਕਹਿੰਦਾ ਵੀ ਜੇ ਮੈਂ ਫੌਜ 'ਚ ਭਰਤੀ ਹੋ ਗਿਆ, ਮੰਮੀ ਕਹਿੰਦੀ ਵੀ ਹੋਰ ਪਰਿਵਾਰ ਸਾਰਾ ਆਪਣਾ ਇੱਕੋ ਜਿਹਾ ਹੋ ਗਿਆ ਵੀ ਗੁਰਵਿੰਦਰਾ ਵੀ ਤੈਨੂੰ ਵੀ ਵਿਆਹ ਨੇ ਵੀ ਛੱਡ ਖੜਾ ਤੂੰ। ਕਹਿੰਦਾ ਨਾ ਮੰਮੀ, ਜੇ ਫੌਜ 'ਚ ਭਰਤੀ ਹੋ ਗਿਆ ਤਾਂ ਵਿਆਹ ਕਰਾ ਲੂੰ, ਨਹੀਂ ਮੈਂ ਕੁਛ ਨਹੀਂ ਕਰਾਉਣਾ ਹੈ। ਉਹਦੇ ਅੰਦਰ ਜਲੂਨ ਤੀ। ਪਰ ਇੰਨਾ ਕਿ ਬਈ ਜਿਸ ਬੰਦਾ ਸਰਕਾਰੀ ਹੁੰਦਾ, ਸਰਕਾਰ ਦੇ ਵੀ ਪੁੱਤ ਹੁੰਦੇ ਨੇ ਉਹ ਇੱਕ ਰਕਮ ਦੇ, ਵੀ ਆਪਾਂ ਆਪਦੇ ਪੁੱਤ ਦੀ ਹਰ ਇੱਕ ਬੰਦਾ ਹਿਫਾਜ਼ਤ ਕਰਦਾ, ਉਹਨਾਂ ਨੂੰ ਵੀ ਚਾਹੀਦਾ ਵੀ ਉਹਨਾਂ ਦੀ ਹਿਫਾਜ਼ਤ ਕਰਨ। ਉਹ ਅਸੀਂ ਤਾਂ ਉਦੋਂ ਹੀ ਸਾਡੇ ਕੋਲੋਂ ਤਾਂ ਵਗ ਜਾਂਦਾ ਜਦੋਂ ਅਸੀਂ ਤੋਰ ਦਿੰਦੇ ਹਾਂ। ਜਦੋਂ ਫੌਜ 'ਚ ਤੋਰਦੇ ਹਾਂ ਉਦੋਂ ਹੀ ਉਹਨਾਂ ਦਾ ਬਣ ਜਾਂਦਾ, ਉਹਨਾਂ ਦਾ ਬੰਦਾ ਹੁੰਦਾ ਵੀ। ਪਰ ਆਪਾਂ ਆਪਦੇ ਧੀਆਂ ਪੁੱਤਾਂ ਦੀ ਬਹੁਤ ਰਾਖੀ ਕਰਦੇ ਹਾਂ ਵੀ ਉਹਨਾਂ ਨੂੰ ਸਰਕਾਰਾਂ ਨੂੰ ਚਾਹੀਦਾ ਵੀ ਉਹ ਵੀ ਉਹਨਾਂ ਦੀ ਉਵੇਂ ਦੀ ਰਾਖੀ ਕਰਨ, ਜਿਵੇਂ ਦਾ ਉਹਨਾਂ ਕੋਲੇ ਸਿਸਟਮ ਹੈ ਉਵੇਂ ਦਾ ਸਿਸਟਮ ਇਹ ਕਰਨ ਵੀ। ਹੋਰ ਵੀ ਮਾਵਾਂ ਦੇ ਪੁੱਤ ਨੇ। ਹੁਣ ਗੁੜੀਆ ਮੇਰੀ ਇਹ ਕਹਿਣ ਲੱਗ ਰਹੀ ਹੈ ਮੇਰੇ ਚਾਚੇ ਦਾ ਸੁਪਨਾ ਸੀ ਵੀ ਮੈਂ ਵੱਡਾ ਅਫਸਰ ਹੋ ਕੇ ਆਉਣਾ ਹੈਗਾ, ਤੇ ਕਹਿੰਦੀ ਵੀ ਮੈਂ ਫੌਜ 'ਚ ਹੀ ਭਰਤੀ ਹੋਊਂਗੀ ਵੀ। ਪਰ ਅੱਜ ਸਾਡਾ ਦਿਲ ਤਾਂ ਕਹਿ ਨਹੀਂ ਰਿਹਾ, ਇਹਦੇ ਬੱਚੇ ਦੇ ਅੰਦਰੋਂ ਸਕੂਨ ਹੈਗਾ। ਕੋਈ ਅਸੀਂ ਅੱਜ ਐਵੇਂ ਨਹੀਂ ਕਹਿ ਰਹੇ ਵੀ ਕੋਈ ਇਹਨੂੰ ਜ਼ਿਆਦਾ ਭੁੱਖ ਦੇ ਮਾਰੀ ਭਰਤੀ ਕਰਾਉਣ ਨੂੰ ਕਹਿ ਰਹੇ ਹਾਂ, ਪਰ ਇਹਦੇ ਅੰਦਰੋਂ ਸਕੂਨ ਹੈ ਵੀ ਇਹਦਾ ਚਾਚਾ ਇਹਦੇ ਨਾਲ ਆ ਕੇ ਗੱਲਾਂ ਕਰਦਾ ਹੁੰਦਾ ਵੀ ਐਵੇਂ ਦਾ 24 ਘੰਟੇ ਇਕੱਠੇ ਪੈਂਦੇ। ਜਿੱਧਰ ਛੱਡਣ ਗਈ ਉਹਦੇ ਵੀ ਨਾਲ ਗਈ, ਜਿੱਧਰ ਲੈਣ ਜਾਂਦੀ ਉਦੋਂ ਵੀ ਨਾਲ ਜਾਂਦੀ। ਇਹਦੇ ਅੰਦਰ ਜਲੂਨ ਹੈ ਵੀ ਮੇਰੇ ਚਾਚੇ ਦੇ ਅੰਦਰ ਜਲੂਨ ਸੀਗਾ। ਮੇਰੇ ਚਾਚੇ ਦਾ ਸੁਪਨਾ ਸੀ, ਮਾਲਕ ਨੇ ਉਹਨੂੰ ਟਾਈਮ ਥੋੜ੍ਹਾ ਦਿੱਤਾ। ਮੌਤ ਤਾਂ ਵੀਰੇ ਮਾਲਕ ਦਿੰਦਾ, ਅਸਲ ਕਿਸੇ ਦੀ ਦਿੱਤੀ ਨਹੀਂ ਆਉਂਦੀ ਹੈਗੀ। ਪਰ ਐਂ ਹੈਗਾ ਵੀ ਜਿਹੜੀ ਇਹ ਖਿਆਈ ਹੋ ਜਾਂਦੀ ਹੈ ਵੀ ਐਵੇਂ ਦੀ ਮੌਤ ਹੋਈ, ਐਵੇਂ ਦੀ ਮੌਤ ਹੋਈ, ਇਹ ਪਰਿਵਾਰ ਨੂੰ ਸਹਿਣੀ ਬਹੁਤ ਔਖੀ ਹੈ। ਬਹੁਤ ਪਰਿਵਾਰ ਨੂੰ ਤੋੜ ਕੇ ਰੱਖ ਦਿੰਦੀ ਹੈ, ਝੰਜੋੜ ਕੇ ਰੱਖ ਦਿੰਦੀ ਹੈ। ਵੀਰੇ ਅੱਜ ਦੇ ਟੁੱਟੇ ਕਦੇ ਮੁੜ ਕੇ ਖੜੀ ਹੋਣ ਦੀ ਆਸ ਨਹੀਂ ਹੈਗੀ। ਕਿੱਥੇ ਅਸੀਂ ਇੰਨਾ ਕੰਮ ਕਰਦੇ, ਹੁਣ ਸਾਨੂੰ ਐਂ ਵੀ ਸੋਚ ਲੱਗ ਰਹੀ ਹੈ ਵੀ ਅਸੀਂ ਆਪਦੀ ਰੋਟੀ ਕਿਵੇਂ ਬਣਾ ਲਾਂਗੇ। ਹੁਣ ਮੇਰੀ ਸਿਸਟਰ ਹੈ, ਜਿੱਦਣ ਦੀ ਉਹਨੇ ਇਹ ਗੱਲ ਸੁਣੀ ਹੈ, ਫੋਨ ਆਇਆ ਇੱਕਦਮ ਉਹਨੇ ਚੱਕ ਲਿਆ, ਸੁਣ ਲਈ ਤੇ ਠੀਕ ਰਹਿੰਦੇ ਨੇ। ਮਿੰਟ 'ਚ ਹੀ ਇੱਕਦਮ ਦਿਮਾਗ ਤੇ ਗੱਲ ਪੈ ਜਾਂਦੀ ਹੈ, ਦਿਮਾਗ ਸੌਂ ਜਾਂਦਾ, ਫਿਰ ਉਵੇਂ ਕੂਕਾਂ ਮਾਰਨ ਲੱਗ ਜਾਂਦੇ ਨੇ ਆਪਣੇ ਘਰ ਨਾਲ ਕੀ ਬਣ ਗਈ, ਕੀ ਹੋ ਗਿਆ। ਐਂ ਪਰਿਵਾਰ ਨੂੰ ਸੰਭਲਣਾ ਬਹੁਤ ਔਖਾ ਹੋ ਰਿਹਾ। ਬਾਕੀ ਸਾਡੇ ਪਰਿਵਾਰ 'ਚ ਕਿਸੇ ਵੀ ਤਰ੍ਹਾਂ ਦਾ ਇਹ ਨਹੀਂ ਸੀਗਾ ਵੀ ਜਾਂ ਦਿਓਰ ਜੇਠ ਹੈ ਜਾਂ ਕੌਣ ਹੈ, ਸਾਰਾ ਪਰਿਵਾਰ ਐਂ ਹੀ ਰਹਿੰਦਾ ਸੀ ਜਿਵੇਂ ਭੈਣ ਭਾਈ ਰਹਿੰਦੇ। ਤੁਸੀਂ ਗੱਲ ਕਰਦੇ ਸੀ ਸਰਕਾਰ ਦੀ, ਸਰਕਾਰ ਦਾਅਵੇ ਵਾਅਦੇ ਕਰਦੀ ਹੈ ਕਿ ਉਹਦੀ ਯਾਦਗਾਰ ਬਣਾ ਦਾਂਗੇ। ਤੁਸੀਂ ਕਹਿੰਦੇ ਕਿ ਦਾਅਵੇ ਵਾਅਦੇ ਨਾ ਰਹਿ ਜਾਣ, ਕੀ ਗੱਲ ਤੁਹਾਨੂੰ ਯਕੀਨ ਨਹੀਂ, ਵਿਸ਼ਵਾਸ ਨਹੀਂ? ਜਾਂ ਮੇਰੇ ਵਿੱਚ ਬਹੁਤ ਲੋਕ ਕਹਿ ਰਹੇ ਨੇ, ਪਰਸੋਂ ਲੌਂਗੋਵਾਲ ਤੋਂ ਆਈ ਸੀਗੀ ਭੈਣ, ਉਹ ਕਹਿ ਰਹੀ ਸੀ, ਕਹਿੰਦੀ ਮੇਰਾ ਮੁੰਡਾ ਬਰਫ਼ 'ਚ ਆਇਆ ਸੀ, ਉਦੋਂ ਮੈਨੂੰ ਕਹਿੰਦੀ ਬਹੁਤ ਕੁਝ ਕਿਹਾ ਗਿਆ ਸੀ, ਮੇਰਾ ਕੋਈ ਕੰਮ ਨਹੀਂ ਬਣਿਆ। ਕਹਿੰਦੀ ਅਸੀਂ ਉਹੀ ਗੱਲ ਕਹਿ ਰਹੇ ਹਾਂਗੇ ਵੀ ਅਸੀਂ ਕਿਸੇ ਤੇ ਉਹ ਨਹੀਂ, ਜੋ ਮਾਲਕ ਨੇ ਕਰਤੀ ਠੀਕ ਹੈ, ਅਸੀਂ ਉਹ 'ਤੇ ਗਰਵ ਮਹਿਸੂਸ ਕਰਦੇ ਹਾਂ। ਉਹਨੇ ਵੀ ਐਡੀ ਸ਼ਹੀਦੀ ਪਾਈ ਹੈ, ਬਸ ਇਹੀ ਕਹਿਣਾ ਵੀ ਉਹਦੇ ਕੰਮ ਜਿੰਨੇ ਉਹ ਕਰੇ ਨੇ ਵੀ ਬਣਨੇ ਚਾਹੀਦੇ ਨੇ। ਸਾਡੇ ਪਰਿਵਾਰ 'ਚ ਕੋਈ ਐਡਾ ਭੱਜ ਨੱਠ ਵਾਲਾ ਬੰਦਾ ਨਹੀਂ ਹੈਗਾ
ਵੀ ਜਿਹੜਾ ਭੱਜਾ ਨੱਠਾ ਕਰ ਲੂ। ਸਾਡਾ ਸਾਰਾ ਮੰਨ ਲਓ ਨਰਮ ਪਰਿਵਾਰ ਹੈ, ਕਦੇ ਚੀਮਾ ਟੱਪਣ ਵਾਲਾ ਪਰਿਵਾਰ ਨਹੀਂ ਹੈਗਾ ਵੀ ਐਡਾ ਕੋਈ ਐ ਨਹੀਂ ਹੈਗਾ ਵੀ ਕੋਈ ਪਰਿਵਾਰ ਹੁੰਦਾ ਹੈ ਵੀ ਬਾਹਰ ਦੂਰ ਦੂਰ ਤੱਕ ਫਿਰੀ ਜਾਂਦਾ ਹੈ। ਸਾਡਾ ਪਰਿਵਾਰ ਤਾਂ ਸਾਰਾ ਕਹਿੰਦੇ ਹੁੰਦੇ ਨੇ ਚੁੱਲ੍ਹੇ ਤੇ ਬਹਿ ਕੇ ਰੋਟੀ ਖਾਣ ਵਾਲਾ। ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਕੱਲ੍ਹ ਨੂੰ ਸਾਥੋਂ ਫਿਰਤ ਨਹੀਂ ਹੁੰਦੀ, ਫਿਰਤ ਕਰਨ ਵਾਲਾ ਪਰਿਵਾਰ ਨਹੀਂ ਹੈਗਾ। ਬਿਲਕੁਲ। ਤਾਂ ਦਰਸ਼ਕੋ, ਇਹ ਸ਼ਹੀਦ ਹੋਏ ਗੁਰਵਿੰਦਰ ਸਿੰਘ ਦੀ ਭਰਜਾਈ, ਉਹਨਾਂ ਦਾ ਪਰਿਵਾਰ, ਉਹਨਾਂ ਦਾ ਪਿਤਾ, ਉਹਨਾਂ ਦੀ ਭੈਣ, ਮਾਤਾ ਸਾਰਾ ਕੋਲ ਬੈਠੇ ਆ, ਗੱਲਬਾਤ ਕਰਦੇ ਆ, ਦਰਦ ਮਹਿਸੂਸ ਕਰਦੇ ਆ, ਉਹ 'ਤੇ ਗਰਵ ਵੀ ਮਹਿਸੂਸ ਕਰਦੇ, ਮਾਣ ਵੀ ਮਹਿਸੂਸ ਕਰਦੇ ਕਿ ਸਾਡੇ ਪੁੱਤਰ ਨੇ ਸ਼ਹੀਦੀ ਪ੍ਰਾਪਤ ਕੀਤੀ। ਪਰ ਉਹ ਕਹਿੰਦੇ ਗੁਰਵਿੰਦਰ ਚਾਹੀਦਾ, ਉਹਨੂੰ ਲੈ ਕੇ ਕਿੱਥੋਂ ਆਈਏ। ਉਹ ਕਹਿੰਦੇ ਸਾਡੀਆਂ ਸਰਕਾਰਾਂ ਨੂੰ ਕੁਝ ਜ਼ਰੂਰ ਸੋਚਣਾ ਚਾਹੀਦਾ। ਛੋਟੇ ਛੋਟੇ ਬੱਚੇ ਭਰਤੀ ਹੋ ਜਾਂਦੇ ਆ, ਪਰ ਉਹਨਾਂ ਨੂੰ ਸ਼ਹੀਦੀਆਂ ਲਈ ਅੱਗੇ ਕਿਉਂ ਕਰ ਦਿੱਤਾ ਜਾਂਦਾ। ਉਹਨਾਂ ਨੂੰ ਬੜਾ ਦੁੱਖ ਹੈ, ਅੱਜ ਬੜਾ ਮਾਣ ਮਹਿਸੂਸ ਕਰ ਰਹੀ ਆ ਪਰਿਵਾਰ ਵੀ, ਪਿੰਡ ਵਾਸੀ ਵੀ, ਪੰਜਾਬ ਵਾਸੀ, ਸਾਡੇ ਭਾਰਤ ਵਾਸੀ। ਪਰ ਨਾਲ ਦੀ ਨਾਲ ਸਰਕਾਰਾਂ ਨੂੰ ਵੀ ਕਹਿ ਰਹੇ ਆ ਕਿ ਜੇ ਸਰਕਾਰਾਂ ਦਾਅਵੇ ਕਰਦੀਆਂ, ਵਾਅਦੇ ਕਰਦੀਆਂ ਕਿ ਅਸੀਂ ਸ਼ਹੀਦਾਂ ਦੀ ਸ਼ਹੀਦੀ ਨੂੰ ਅਣਜਾਇ ਨਹੀਂ ਜਾਣ ਦੇਵਾਂਗੇ, ਉਹਨਾਂ ਦੇ ਮੁੱਲ ਜ਼ਰੂਰ ਪਾਵਾਂਗੇ। ਹਾਲਾਂਕਿ ਸ਼ਹੀਦ ਦਾ ਮੁੱਲ ਕਿਸੇ ਵੀ ਕੀਮਤ 'ਤੇ ਨਹੀਂ ਪਾਇਆ ਜਾ ਸਕਦਾ, ਪਰ ਇਹ ਕਹਿੰਦੇ ਕਿ ਜੋ ਗੱਲਾਂ ਕਹੀਆਂ, ਉਹਨਾਂ ਦਾ ਸਟੈਚੂ ਬਣਾਉਣਾ, ਬੁੱਤ ਬਣਾਉਣਾ, ਸਕੂਲ ਦਾ ਨਾਮ ਬਦਲਣਾ, ਸਟੇਡੀਅਮ ਬਣਾਉਣਾ, ਜਾਂ ਹੋਰ ਵੀ ਇੱਕ ਆਮ ਜਿਹੜੀਆਂ ਦੁਨਿਆਵੀ ਗੱਲਾਂ ਨੇ, ਲੋਕਾਂ ਦੇ ਭਲਾਈ, ਲੋਕ ਭਲਾਈ ਦੀਆਂ ਗੱਲਾਂ ਨੇ, ਨਿੱਜੀ ਤੌਰ 'ਤੇ ਪਰਿਵਾਰ ਨੇ ਆਪਣੇ ਲਈ ਕੁਝ ਵੀ ਨਹੀਂ ਮੰਗਿਆ, ਸਮਾਜ ਲਈ ਪਰਿਵਾਰ ਨੇ ਮੰਗਿਆ। ਸੋ ਸਰਕਾਰ ਨੂੰ ਵੀ ਚਾਹੀਦਾ ਹੈ ਜੋ ਪਰਿਵਾਰ ਸਮਾਜ ਲਈ ਕਹਿ ਰਿਹਾ, ਉਹ ਮੰਗਾਂ ਪਰਿਵਾਰ ਦੇ ਆਧਾਰ 'ਤੇ ਸਮਾਜਿਕ ਤੌਰ 'ਤੇ ਜਿਹੜੀਆਂ ਪੂਰੀਆਂ ਜ਼ਰੂਰ ਕੀਤੀਆਂ ਜਾਣ। ਤਾਂ ਦਰਸ਼ਕੋ, ਸ਼ਹੀਦ ਹੋਏ ਗੁਰਵਿੰਦਰ ਸਿੰਘ ਦੀ ਭਤੀਜੀ ਜੈਸਮੀਨ ਕੌਰ ਵੀ ਸਾਡੇ ਨਾਲ ਹੈ। ਇਹ ਵੀ ਉਹਦੀ ਸ਼ਹੀਦੀ ਤੋਂ ਪ੍ਰਭਾਵਿਤ ਹੈ, ਉਹਦੀਆਂ ਗੱਲਾਂ ਤੋਂ ਪ੍ਰਭਾਵਿਤ ਹੈ। ਫੌਜ ਦੇ ਵਿੱਚ ਸੀ, ਲੰਮਾ ਸਮਾਂ ਨਹੀਂ ਬਿਤਾ ਸਕਿਆ, ਥੋੜ੍ਹੇ ਸਮੇਂ ਦੇ ਵਿੱਚ ਪਰਿਵਾਰ ਨੂੰ ਬਹੁਤ ਕੁਝ ਦੱਸ ਗਿਆ, ਪਰ ਇਹ ਬੱਚੀ ਵੀ ਅੱਜ ਆਪਣੀ ਚਾਚੇ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੈ। ਬੇਟਾ, ਕੀ ਗੱਲਾਂ ਕਰਦਾ ਸੀ ਤੁਹਾਡੇ ਨਾਲ ਗੁਰਵਿੰਦਰ? ਜਦੋਂ ਵੀ ਫੋਨ ਆਉਂਦਾ ਸੀ ਚਾਚਾ ਜੀ ਸਾਨੂੰ ਇਹੀ ਕਹਿੰਦੇ ਵੀ ਤੁਸੀਂ ਪੜ੍ਹੋ, ਅਫਸਰ ਬਣੋ, ਵੱਡੇ ਦੇਸ਼ ਦੇ ਲਈ ਕੁਝ ਕਰੋ, ਮੀਨਿੰਗ ਤਰੱਕੀ ਪਾਓ। ਇੱਦਾਂ ਨਹੀਂ ਹੈਗਾ ਵੀ ਇੱਥੇ ਹੀ ਫਿਰੀ ਜਾਓ, ਹੈ ਨਾ, ਵੀ ਦੇਸ਼ ਲਈ ਕੁਝ ਕਰੋ। ਉਹਨਾਂ ਦਾ ਵੀ ਇਹੀ ਸੁਪਨਾ ਸੀਗਾ ਕਿ ਮੈਂ ਵੱਡਾ ਅਫਸਰ ਬਣ ਕੇ ਆਵਾਂ। ਦੇਖੋ ਉਹਨਾਂ ਦੇ ਤਾਂ ਹੁਣ ਸੁਪਨੇ ਹੀ ਰਹਿ ਗਏ, ਹੈ ਨਾ। ਤਾਂ ਹੁਣ ਅਸੀਂ ਅੱਗੇ ਵੀ ਉਹਨਾਂ ਦੇ ਸੁਪਨੇ ਆ ਜਿਹੜੇ ਪੂਰੇ ਕਰਨੇ, ਉਹਨਾਂ ਨੂੰ ਸੁਪਨੇ ਨਹੀਂ ਰੱਖਣਾ। ਦੇਸ਼ ਲਈ ਇੱਕ ਸਿੱਖਿਆ ਦੇਣੀ ਹੈ ਕਿ ਉਹਨਾਂ ਦੇ ਸੁਪਨੇ ਨਹੀਂ ਰਹੇ, ਉਹ ਬਣ ਚੁੱਕੇ ਨੇ ਕੁਛ। ਅਤੇ ਇਸ ਲਈ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੀ ਹਾਂ ਵੀ ਸਾਡੇ ਡੈਡੀ ਦੇ ਵਿੱਚ ਐਡੀ ਗੁੰਜਾਇਸ਼ ਨਹੀਂ ਹੈਗੀ ਵੀ ਸਾਨੂੰ ਕਿਸੇ ਵੀ ਵੱਡੇ ਸਕੂਲ ਦੇ ਵਿੱਚ ਪੜ੍ਹਾ ਕੇ ਉਹ ਆਰਮੀ ਦੇ ਵਿੱਚ ਭੇਜ ਸਕਣ ਸਾਨੂੰ। ਤਾਂ ਉਹ ਮੈਨੂੰ ਆਰਮੀ ਸਕੂਲ ਦੇ ਵਿੱਚ ਐਡਮਿਸ਼ਨ ਦੇਣ ਤਾਂ ਕਿ ਮੈਂ ਉਹਨਾਂ ਦਾ ਜਿਹੜਾ ਸੁਪਨਾ ਉਹ ਪੂਰਾ ਕਰ ਸਕਾਂ। ਉਹਨੂੰ ਸੁਪਨਾ ਨਾ ਰੱਖਾਂ, ਉਹਨੂੰ ਪੂਰਾ ਕਰ ਸਕਾਂ। ਤੁਸੀਂ ਵੀ ਫੌਜ 'ਚ ਭਰਤੀ ਹੋਣਾ ਚਾਹੁੰਦੇ? ਹਾਂਜੀ, ਮੈਂ ਇਹ ਸੁਣ ਕੇ ਪਿੱਛੇ ਨਹੀਂ ਹਟਣਾ ਚਾਹੁੰਦੀ ਕਿ ਉਹ ਸ਼ਹੀਦ ਹੋਏ ਨੇ। ਇੱਥੇ ਵੀ ਤਾਂ ਉਹ ਹੁੰਦੇ ਆ ਨਾ। ਮੈਨੂੰ ਵੀ ਮਾਣ ਹੈ ਕਿ ਚਾਚਾ ਜੀ ਨੇ ਦੇਸ਼ ਲਈ ਸ਼ਹੀਦੀ ਦਿੱਤੀ ਹੈਗੀ। ਮੈਂ ਇਹ ਸੁਣ ਕੇ ਪਿੱਛੇ ਨਹੀਂ ਹਟਣਾ ਚਾਹੁੰਦੀ ਕਿ ਉਹਨਾਂ ਨੇ ਸ਼ਹੀਦੀ ਦਿੱਤੀ ਹੈ। ਡਰ ਨਹੀਂ ਲੱਗਦਾ? ਨਹੀਂ। ਭਰਤੀ ਉੱਥੇ ਹੋਣਾ ਜਿੱਥੇ ਕੀ ਪਤਾ ਕਿਹੜੇ ਥਾਂ 'ਤੇ ਜਾ ਕੇ ਡਿਊਟੀ ਲੱਗ ਜਾਣੀ ਆ, ਕਿਸ ਬਾਰਡਰ 'ਤੇ ਜਾ ਕੇ ਲੱਗ ਜਾਣੀ ਹੈ। ਤੁਸੀਂ ਬਹੁਤ ਵੱਡੀ ਗੱਲ ਕਰ ਰਹੇ ਹੋ। ਕੋਈ ਗੱਲ ਨਹੀਂ, ਚਾਚਾ ਜੀ ਤਾਂ ਜਦੋਂ ਐਡਾ ਜਿਗਰਾ ਸੀ ਤਾਂ ਅਸੀਂ ਦਿਲ ਨਹੀਂ ਤੋੜ ਸਕਦੇ। ਚਾਚਾ ਜੀ ਦਾ ਜਦੋਂ ਸੁਪਨਾ ਸੀ ਤਾਂ ਅਸੀਂ ਉਹਨਾਂ ਦੇ ਮੂਹਰੇ ਕੁਛ ਨਹੀਂ ਹੈਗੇ। ਚਾਚਾ ਦੀ ਕੀ ਸੁਪਨੇ ਕੀ ਸੀ? ਕਿ ਵੱਡਾ ਅਫਸਰ ਬਣਨਾ, ਕੀ ਕਰਨਾ? ਉਹਨਾਂ ਦਾ ਇਹ ਸੁਪਨਾ ਸੀਗਾ ਕਿ ਮੈਂ ਵੱਡਾ ਅਫਸਰ ਬਣਾ, ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਾਂ। ਉਹਨਾਂ ਦਾ ਛੋਟੇ ਹੁੰਦਾ ਤੋਂ ਹੀ ਸੁਪਨਾ ਸੀਗਾ, ਮੰਮਾ ਹੋਰੀ ਦੱਸਦੇ ਹੁੰਦੇ ਹੈਗੇ, ਛੋਟੇ ਹੁੰਦਾ ਤੋਂ ਹੀ ਸੁਪਨਾ ਸੀਗਾ ਕਿ ਮੈਂ ਫੌਜ 'ਚ ਹੀ ਭਰਤੀ ਹੋਣਾ ਗਾ, ਫੌਜ 'ਚ ਹੀ ਭਰਤੀ ਹੋਣਾ ਬਸ। ਤਾਂ ਦਰਸ਼ਕੋ, ਇਹ ਛੋਟੀ ਬੱਚੀ ਹੈ, ਗੁਰਵਿੰਦਰ ਦੀ ਭਤੀਜੀ ਹੈ, ਜੋ ਦੱਸਦੀ ਹੈ ਕਿ ਗੁਰਵਿੰਦਰ ਦੇ ਸੁਪਨੇ ਸੀ ਵੱਡੇ ਕਿ ਮੈਂ ਫੌਜ 'ਚ ਭਰਤੀ ਹੋਵਾਂ, ਵੱਡਾ ਅਫਸਰ ਬਣਾ, ਮਾਂ-ਬਾਪ ਦਾ ਨਾਮ ਰੋਸ਼ਨ ਕਰਾਂ, ਆਪਣੇ ਪਿੰਡ ਦਾ, ਪੰਜਾਬ ਦਾ ਨਾਮ ਰੋਸ਼ਨ ਕਰਾਂ। ਉਹ ਕਹਿੰਦੇ ਬੇਸ਼ੱਕ ਉੱਥੇ ਸੁਪਨੇ ਪੂਰੇ ਨਹੀਂ ਹੋਏ, ਵੱਡਾ ਅਫਸਰ ਨਹੀਂ ਬਣ ਸਕਿਆ, ਬੇਸ਼ੱਕ ਉਹ ਆਪਣੇ ਪਿੰਡ ਦਾ, ਮਾਪਿਆਂ ਦਾ, ਪੰਜਾਬ ਦਾ ਨਾਮ ਰੋਸ਼ਨ ਜ਼ਰੂਰ ਕਰ ਗਿਆ। ਉਹ ਸ਼ਹੀਦ ਹੋਇਆ, ਕੁਰਬਾਨੀ ਦਿੱਤੀ, ਉਹਨੇ ਬਹੁਤ ਵੱਡੀ ਸ਼ਹਾਦਤ ਦਿੱਤੀ ਹੈ। ਪਰ ਉਸ ਦੀ ਭਤੀਜੀ ਕਹਿੰਦੀ ਕਿ ਮੈਂ ਉਸਦੇ ਸੁਪਨੇ, ਜੋ ਵੱਡਾ ਅਫਸਰ ਬਣਨ ਵਾਲੇ ਸੁਪਨੇ ਆ, ਮੈਂ ਆਰਮੀ ਦੇ ਵਿੱਚ ਭਰਤੀ ਹੋ ਕੇ ਮੈਂ ਸੁਪਨੇ ਪੂਰੇ ਕਰਨਾ ਚਾਹੁੰਦੀ ਹਾਂ। ਸਾਡੇ ਕੋਲ ਗੁੰਜਾਇਸ਼ ਨਹੀਂ ਹੈ। ਉਹ ਕਹਿੰਦੇ ਕਿ ਸਾਡਾ ਬਾਪ ਇੰਨਾ ਵੱਡੇ ਸਕੂਲਾਂ 'ਚ ਪੜ੍ਹਾ ਸਕੇ ਜਾਂ ਮਹਿੰਗੇ ਸਕੂਲਾਂ 'ਚ ਪੜ੍ਹਾ ਸਕੇ, ਮੈਂ ਕਿਸੇ ਚੰਗੇ ਸਕੂਲ 'ਚ ਪੜ੍ਹ ਲਿਖ ਕੇ ਮੈਂ ਆਰਮੀ 'ਚ ਭਰਤੀ ਹੋਵਾਂ ਔਰ ਆਫਿਸਰ ਬਣਾ। ਉਹ ਕਹਿੰਦੀ ਹੈ ਕਿ ਸਰਕਾਰ ਨੂੰ ਸਾਡੇ ਲਈ ਜ਼ਰੂਰ ਸੋਚਣਾ ਚਾਹੀਦਾ ਹੈ। ਆਰਮੀ ਸਕੂਲ 'ਚ ਸਾਨੂੰ ਐਡਮਿਸ਼ਨ ਦੇ ਕੇ ਉੱਥੇ ਪੜ੍ਹਾ ਕੇ ਸਾਨੂੰ ਆਰਮੀ 'ਚ ਭਰਤੀ ਕੀਤਾ ਜਾਵੇ ਔਰ ਮੈਂ ਚਾਚੇ ਦੇ ਅਧੂਰੇ ਸੁਪਨੇ ਪੂਰੇ ਕਰ ਸਕਾਂ। ਤਾਂ ਦਰਸ਼ਕੋ, ਇਹ ਸੀ ਸ਼ਹੀਦ ਹੋਏ ਗੁਰਵਿੰਦਰ ਸਿੰਘ ਦਾ ਪਰਿਵਾਰ। ਸਾਹਮਣੇ ਤੁਸੀਂ ਉਸ ਦੀ ਕੋਠੀ ਦੇਖ ਰਹੇ ਹੋ, ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਹੈ। ਇਹ ਕੋਠੀ ਨਵੀਂ ਕੋਠੀ ਬਣਾਈ ਗਈ ਸੀ, ਜੋ ਕਿ ਗੁਰਵਿੰਦਰ ਦੀ ਸੋਚ ਸੀ ਕਿ ਆਪਾਂ ਕੋਠੀ ਪਾਵਾਂਗੇ
ਉਸਨੇ ਆਪ ਖੁਦ ਨਾਲ ਆ ਕੇ ਜਦੋਂ ਛੁੱਟੀ ਆਇਆ ਸੀ ਪਿਛਲੇ ਸਮੇਂ ਦੌਰਾਨ 20 ਤੋਂ 25 ਦਿਨ ਰਿਹਾ ਸੀ, ਨਾਲ ਖੁਦ ਇਸ ਕੋਠੀ ਦਾ ਉਹ ਲੈਂਟਰ ਪਵਾ ਕੇ ਗਿਆ ਸੀ। ਤਾਏ ਚਾਚੇ ਇਕੱਠੇ ਨੇ, ਇਕੱਠੀ ਸਾਂਝ ਨਿਭ ਰਹੀ ਹੈ, ਇਕੱਠੀ ਜਿਹੜੀ ਵਾਹੀ ਸੀ। ਔਰ ਦੋ ਭਰਾ ਨੇ ਗੁਰਪ੍ਰੀਤ ਤੇ ਗੁਰਵਿੰਦਰ ਸ਼ਹੀਦੀ ਪ੍ਰਾਪਤ ਕਰ ਗਿਆ। ਉਸ ਨੂੰ ਇਹ ਨਹੀਂ ਪਤਾ ਸੀ ਨਾ ਪਰਿਵਾਰ ਨੂੰ ਕਿ ਗੁਰਵਿੰਦਰ ਇਸ ਕੋਠੀ ਦੀ ਲੈਂਟਰ ਪਵਾਉਣ ਤੋਂ ਬਾਅਦ ਇਸ ਘਰ ਵਿੱਚ ਉਸ ਨੂੰ ਆਉਣਾ ਨਸੀਬ ਨਹੀਂ ਹੋਵੇਗਾ। ਗੁਰਵਿੰਦਰ ਕਈ ਵਾਰ ਵੀਡੀਓ ਕਾਲ ਰਾਹੀਂ ਇਸ ਕੋਠੀ ਨੂੰ ਦੇਖਦਾ ਸੀ, ਦੱਸਦਾ ਸੀ ਇਸ ਕੋਠੀ ਵਿੱਚ ਇਸ ਤਰ੍ਹਾਂ ਪੱਥਰ ਲਗਾਇਆ ਜਾਵੇ, ਇਸ ਤਰ੍ਹਾਂ ਜੋੜੀਆਂ ਲਾਈਆਂ ਜਾਣਗੀਆਂ, ਇਸ ਤਰ੍ਹਾਂ ਇਸ ਨੂੰ ਸਾਰਾ ਮੁਕੰਮਲ ਰੂਪ ਦੇ ਵਿੱਚ ਤਿਆਰ ਕੀਤਾ ਜਾਵੇਗਾ। ਪਰਿਵਾਰ ਗਹਿਰੇ ਸਦਮੇ 'ਚ ਹੈ। ਪਰਿਵਾਰ ਵਾਰ-ਵਾਰ ਕਹਿ ਰਿਹਾ ਕਿ ਸਰਕਾਰ ਦਾਅਵੇ ਵਾਅਦੇ ਨਾ ਕਰੇ, ਸਰਕਾਰ ਕੀਤੇ ਹੋਏ ਦਾਅਵੇ ਕੀਤੇ ਹੋਏ ਵਾਅਦੇ ਪੂਰੇ ਜ਼ਰੂਰ ਕਰੇ, ਸਰਕਾਰ ਸਾਡੇ ਪੁੱਤ ਗੁਰਵਿੰਦਰ ਦੀ ਸ਼ਹੀਦੀ ਦਾ ਮੁੱਲ ਜ਼ਰੂਰ ਪਾਵੇ। ਪਰਿਵਾਰ ਕਹਿ ਰਿਹਾ ਕਿ ਸਰਕਾਰ ਸਾਡੇ ਸ਼ਹੀਦ ਹੋਏ ਪੁੱਤ ਨੂੰ ਰੋਲੇ ਨਾ, ਉਸ ਦੀ ਸ਼ਹੀਦੀ ਨੂੰ ਰੋਲੇ ਨਾ। ਪਰਿਵਾਰ ਦੀਆਂ ਛੋਟੀਆਂ ਮੰਗਾਂ ਨੇ, ਸਮਾਜਿਕ ਮੰਗਾਂ ਨੇ, ਸਮਾਜ ਲਈ ਮੰਗਾਂ ਨੇ ਕਿ ਉਸ ਦਾ ਇੱਕ ਸਟੈਚੂ ਲਾਇਆ ਜਾਵੇ। ਬਾਹਰ ਜ਼ਮੀਨ ਉਹਨਾਂ ਨੇ ਛੱਡ ਦਿੱਤੀ ਹੈ, ਉਸ ਦਾ ਬੁੱਤ ਲਾਇਆ ਜਾਵੇ। ਇੱਥੋਂ ਸੜਕ ਕ੍ਰਾਸ ਜਦੋਂ ਕਰਨ ਲੋਕਾਂ ਨੂੰ ਪਤਾ ਲੱਗੇ ਕਿ ਇਹ ਗੁਰਵਿੰਦਰ ਸਿੰਘ ਆ ਜੋ ਭਾਰਤੀ ਫੌਜ ਦੇ ਵਿੱਚ ਸ਼ਹੀਦ ਹੋਇਆ, ਉਹਦੀ ਜ਼ਮੀਨ ਆ, ਉਹਦਾ ਸਟੈਚੂ ਆ, ਉਹਦਾ ਇੱਥੇ ਘਰ ਆ। ਪਰਿਵਾਰ ਇੱਕ ਸਟੇਡੀਅਮ ਦੀ ਮੰਗ ਕਰਦਾ ਕਿ ਗੁਰਵਿੰਦਰ ਸਿੰਘ ਦੇ ਨਾਮ ਤੇ ਸਟੇਡੀਅਮ ਬਣਾਇਆ ਜਾਵੇ, ਇੱਕ ਸਕੂਲ ਦਾ ਨਾਮ ਬਦਲਿਆ ਜਾਵੇ। ਕੋਈ ਪਰਿਵਾਰ ਆਪਣੇ ਨਿੱਜੀ ਤੌਰ ਤੇ ਸਰਕਾਰ ਤੋਂ ਮੰਗਾਂ ਨਹੀਂ ਰੱਖ ਰਿਹਾ। ਸੋ ਅਸੀਂ ਵੀ ਉਮੀਦ ਕਰਦੇ ਹਾਂ ਸਰਕਾਰ ਇਸ ਪਰਿਵਾਰ ਦੇ ਨਾਲ ਸਹਿਮਤ ਜ਼ਰੂਰ ਹੋਵੇਗੀ, ਉਸ ਸ਼ਹੀਦ ਦਾ ਬੁੱਤ ਜ਼ਰੂਰ ਲਾਵੇਗੀ, ਜੋ ਹੋਰ ਮੰਗਾਂ ਨੇ ਉਹ ਪੂਰੀਆਂ ਜ਼ਰੂਰ ਕਰੇਗੀ। ਸੋ ਦਰਸ਼ਕੋ ਅੱਜ ਲਈ ਬਸ ਇੰਨਾ ਹੀ। ਦਰਸ਼ਕੋ ਜਿੱਥੇ ਤੁਸੀਂ ਹਮਦਰਦ ਟੀਵੀ ਨੂੰ ਵੱਖ-ਵੱਖ ਸੈੱਟ ਬਾਕਸ ਤੇ ਦੇਖਦੇ ਹੋ, ਕੇਬਲ ਨੈਟਵਰਕ ਤੇ ਦੇਖਦੇ ਹੋ, ਉੱਥੇ ਤੁਸੀਂ ਨਾਲ ਦੀ ਨਾਲ ਹੁਣ ਸੋਸ਼ਲ ਮੀਡੀਆ ਤੇ ਵੀ ਹਮਦਰਦ ਟੀਵੀ ਦੇ ਨਾਲ ਜੁੜ ਸਕਦੇ ਹੋ। ਹਮਦਰਦ ਟੀਵੀ ਦੇ ਨਾਲ ਸੋਸ਼ਲ ਮੀਡੀਆ ਤੇ ਜੁੜਨ ਲਈ ਤੁਸੀਂ ਸਾਡਾ ਫੇਸਬੁੱਕ ਪੇਜ ਹਮਦਰਦ ਮੀਡੀਆ ਗਰੁੱਪ ਪੇਜ ਲਾਈਕ ਜ਼ਰੂਰ ਕਰਿਓ। ਇਸ ਦੇ ਨਾਲ ਤੁਸੀਂ YouTube ਤੇ ਸਾਡੇ ਨਾਲ ਜੁੜਨ ਲਈ ਸਾਡਾ YouTube ਚੈਨਲ ਹਮਦਰਦ ਟੀਵੀ ਸਬਸਕ੍ਰਾਈਬ ਜ਼ਰੂਰ ਕਰਿਓ। ਇਸ ਦੇ ਨਾਲ ਜੇਕਰ ਤੁਹਾਡੇ ਧਿਆਨ ਦੇ ਵਿੱਚ ਕੋਈ ਅਜਿਹਾ ਮਸਲਾ ਆਉਂਦਾ ਜੋ ਅਸੀਂ ਜਨਤਕ ਕਰ ਸਕਦੇ ਹਾਂ ਜਾਂ ਉਸ ਮਸਲੇ ਨੂੰ ਹੱਲ ਵੱਲ ਜਾ ਸਕਦੇ ਹਾਂ, ਜਾਂ ਹੈ ਤੁਹਾਡੇ 'ਚ ਵੱਖਰਾ ਕਰ ਦਿਖਾਉਣ ਦਾ ਜਜ਼ਬਾ, ਜਾਂ ਹੈ ਤੁਹਾਡੇ 'ਚ ਕੋਈ ਟੈਲੈਂਟ, ਤਾਂ ਤੁਸੀਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ। ਸਾਡੇ ਨਾਲ ਸੰਪਰਕ ਕਰਨ ਲਈ ਸਾਡਾ ਨੰਬਰ ਨੋਟ ਕਰੋ 98782 83334। ਇੱਕ ਵਾਰ ਨੰਬਰ ਫਿਰ ਨੋਟ ਕਰੋ 98782 83334। ਨੰਬਰ ਤੇ ਤੁਸੀਂ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ। ਅੱਜ ਲਈ ਬਸ ਇੰਨਾ ਹੀ। ਮੈਨੂੰ ਤੇ ਮੇਰੇ ਸਹਿਯੋਗੀ ਸਵਰਨਜੀਤ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਧੰਨਵਾਦ।